बाल हरगोबिंद साहिब, जो कि बाबा बुड्ढा जी तो शस्त्र विद्या ले रहे ने। इन्हां दा प्रकाश जिला अमृतसर गुरु दी वडाली विखे होया। कदों तक लक्कड़ दी तलवारां ना खिड़दे रहांगे? सानू हुण असली तलवारां चाहीदियां। ਪਹਿਲਾਂ जो सिखाया जा रहा है उस ते ध्यान दिओ। असली तलवारां बाद च। ਉਹਨੂੰ ਚੁੱਕੋ ਤੇ ਅਭਿਆਸ ਜਾਰੀ ਰੱਖੋ। बाल हरगोबिंद साहिब जी दे बचपन विच गुरु करदे दोखियां वल्लों उन्हां नूं खत्म करन दियां कई नाकाम कोशिशां कीतियां गईयां। लाहौर दी सेवा तो उपरांत पंचम पातशाह जी परिवार समेत अमृतसर साहिब विच आ गए। महामारी दा खतरा तां टल गया सी, पर गुरु दोखियां वल्लों महाजंग निरंतर जारी सी। सत करतार जी। सतकरतार जी, बड़े देर बाद दर्शन दिदारे होए ने। बस जी, कम्मा काजां तो वेल ही नहीं मिलता। अज भी ऐसे बच्चे दे सबबी आया। ये बालक कौन है? ये भाई वसन जी दा बेटा है, सुर सिंह वाले। छोटी उम्रे बुरी संगत विच पै गया सी। जे गुरु साहब जी दा हथ सिर ते होवे ते नेकी दी राह ते चल सकदा। पंचम पातशाह जी ने फरमाया कि भविक विच गुरु नानक कर दी रहमत सदका भाई बिधि चंद जी नानक निर्मल पंथ दा परचम बुलंद करनगे। श्री रामसर साहिब दे पवित्र स्थान ते 1604 ईस्वी विच श्री गुरु अर्जन देव जी ने श्री आद बीड़ दा संकलन ते संपादन करके संपूर्ण कीता। गुरु कर दे अनिंद सेवक बाबा बुड्ढा जी नूं श्री आद ग्रंथ दे पहले ग्रंथी वजों सेवा निभाउण दा सौभाग प्राप्त होया। संता के कारज आप खलोया, संता के कारज आप खलोया, हर कम करावन आया राम, हर कम करावन आया राम, संता के कारज आप खलोया,
संता के कारज आप खलोया तरत सुहावी ताल सुहावा तरत सुहावी ताल सुहावा बिच अमृत जल छाया राम बिच अमृत जल छाया राम संता के कारज ਹਜ਼ੂਰ ਪ੍ਰਕਾਸ਼ ਕਰ ਦਿੱਤਾ ਹਰ ਮੰਦਰ 'ਚ ਹਰ ਮਜ਼ਹਬ ਦੇ ਲੋਕ ਉੱਥੇ ਮੱਥਾ ਟੇਕਣ ਜਾ ਰਹੇ ਨੇ ਤੁਸੀਂ ਨਹੀਂ ਗਏ ਭਾਈ ਤੁਸੀਂ ਤਾਂ ਉਹਨਾਂ ਦੇ ਭਰਾ ਹੋ ਹੁਣ ਮੁਗਲਾਂ ਨੂੰ ਨੀਂਦ ਤੋਂ ਜਗਾਉਣਾ ਪਏਗਾ। ਆਲਮਪਨਾ ਉੱਠੇ ਹੋਏ ਸਿਰ ਜੇ ਅੱਜ ਹੀ ਕਲਮ ਨਾ ਕੀਤੇ ਗਏ ਤਾਂ ਬਗਾਵਤ ਕੱਲ ਨੂੰ ਦੁਬਾਰਾ ਵੀ ਹੋ ਸਕਦੀ ਹੈ। ਖੁਸਰੋ ਦੀ ਬਗਾਵਤ 'ਚ ਅਰਜਨ ਦੇਵ ਦਾ ਹੀ ਹੱਥ ਸੀ। ਸਾਨੂੰ ਜਲਦ ਤੋਂ ਜਲਦ ਉਹਨਾਂ ਦੇ ਖਿਲਾਫ ਕੋਈ ਸਖਤ ਕਦਮ ਚੁੱਕਣੇ ਪੈਣਗੇ। ਆਸ਼ੀਰਵਾਦ ਤੇ ਬਦਦੁਆਵਾਂ ਦੇ ਨਾਲ ਤਖਤ ਨੇ ਹਿੱਲਿਆ ਕਰਦੇ। ਜੰਗ ਜਿੱਤਣ ਦੇ ਲਈ ਜੰਗਜੂ ਤਾਕਤ ਦੀ ਜ਼ਰੂਰਤ ਹੁੰਦੀ ਹੈ। ਜੰਗਜੂ ਤਾਕਤ ਦੀ ਇਹ ਪੀਰਾ ਫਕੀਰਾਂ ਦੀ ਖੇਡ ਨਹੀਂ ਹੈ। ਹਜ਼ੂਰੇ ਆਲਾ ਚੰਦੂ ਸ਼ਾਹ ਤੇ ਪ੍ਰੀਤੀ ਚੰਦ ਆਏ ਨੇ। ਜਹਾਂਗੀਰ ਨੇ ਤਖਤ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਸਿਆਸੀ ਮਾਹੌਲ ਹੁਣ ਬਦਲਣ ਵਾਲਾ ਹੈ। ਹਜ਼ੂਰ ਜੇ ਖੁਸਰੋ ਦੀ ਬਗਾਵਤ ਵਿੱਚ ਅਸੀਂ ਖੁਸਰੋ ਦੇ ਕਿਸੇ ਵੀ ਸਾਥੀ ਨੂੰ ਨਹੀਂ ਬਖਸ਼ਿਆ ਤਾਂ ਇਹਨਾਂ ਨੂੰ ਕਿਉਂ ਬਖਸ਼ੀਏ? ਹਜ਼ੂਰ ਹੋਰ ਤਾਂ ਹੋਰ ਇਹਨਾਂ ਨੇ ਆਪਣਾ ਵੱਖਰਾ ਦਰਬਾਰ ਵੀ ਸਜਾ ਲਿਆ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕ ਰਹੇ ਨੇ। ਮੱਥਾ ਹਾਂ ਸਮਝਦਾ ਮੈਂ। ਕਈ ਅਰਸੇ ਤੋਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਹ ਆਪਣੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਹਜ਼ੂਰ ਮੈਨੂੰ ਤਾਂ ਲੱਗਦਾ ਇਹ ਧਰਮ ਦੀ ਆੜ 'ਚ ਆਪਣੀ ਤਾਕਤ ਵਧਾ ਰਹੇ ਨੇ। ਵੇਖਣਾ ਹਜ਼ੂਰ ਕਿਤੇ ਕੱਲ ਨੂੰ। ਬਸ ਹੁਣ ਸੁਣਿਆ ਹੈ ਕਿ ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਹੈ ਤੇ ਉਹ ਆਗਰੇ ਦੇ ਕਿਸੇ ਕੈਦਖਾਨੇ 'ਚ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ। ਜੇ ਜਹਾਂਗੀਰ ਆਪਣੇ ਪੁੱਤਰ ਖੁਸਰੋ ਨਾਲ ਇਹ ਸਲੂਕ ਕਰ ਸਕਦਾ ਹੈ ਤੇ ਸਾਡੇ ਨਾਲ ਤਾਂ ਕੁਝ ਵੀ ਕਰ ਸਕਦਾ ਹੈ। ਇਸ ਦੁਕਾਨੇ ਬਾਤਿਲ ਨੂੰ ਖਤਮ ਕਰਨ ਦਾ ਵਕਤ ਆ ਗਿਆ ਹੈ। ਵਕਤ ਆਲਮਪਨਾ ਬਾਦਸ਼ਾਹ ਹਿੰਦ ਜਹਾਂਗੀਰ ਨੇ ਅਰਜਨ ਦੇਵ ਨੂੰ ਲਾਹੌਰ ਕਿਲੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਬਾਦਸ਼ਾਹ ਦਾ ਹੁਕਮ ਹੈ, ਜਾਣਾ ਤਾਂ ਪਵੇਗਾ ਹੀ। ਮੁਗਲ ਬਾਦਸ਼ਾਹ ਦਾ ਹੁਕਮ ਆਉਂਦਿਆਂ ਹੀ ਗੁਰੂ ਜੀ ਨੂੰ ਅੰਦੇਸ਼ਾ ਹੋ ਗਿਆ ਸੀ ਕਿ ਲਾਹੌਰ ਜਾ ਕੇ ਵਾਪਸੀ ਦੀ ਉਮੀਦ ਨਹੀਂ ਹੈ। ਆਉਣ ਵਾਲੇ ਵਕਤ ਨੂੰ ਮਹਿਸੂਸ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਧਰਮ ਅਤੇ ਮਜਲੂਮਾਂ ਦੀ ਰਾਖੀ ਲਈ ਹਰਗੋਬਿੰਦ ਸਾਹਿਬ ਨੂੰ ਸ਼ਸਤਰਧਾਰੀ ਹੋਣ ਦਾ ਵਚਨ ਕਰਦਿਆਂ ਤਲਵਾਰ ਦਿੱਤੀ।
ਗੁਰੂ ਅਰਜਨ ਦੇਵ ਜੀ ਦੇ ਨਾਲ ਕੁਝ ਸਿੱਖ ਸ਼ਰਧਾਲੂ ਵੀ ਲਾਹੌਰ ਲਈ ਰਵਾਨਾ ਹੋ ਗਏ। ਹੈ ਆ ਤਾਂ ਉਹੀ ਸੰਤ ਆ ਜਿਨ੍ਹਾਂ ਨੇ ਲਾਹੌਰ ਨੂੰ ਹੈਜਾ ਮੁਕਤ ਕੀਤਾ ਸੀ। ਭਾਈਜਾਨ, ਇਹ ਤਾਂ ਬਿਮਾਰ ਲੋਕਾਂ ਨੂੰ ਰੋਟੀ ਵੀ ਖਵਾਉਂਦੇ ਸੀ ਤੇ ਇਹਨਾਂ ਦੀ ਵਜ੍ਹਾ ਕਰਕੇ ਮੈਂ ਅੱਜ ਜੀਂਦਾ ਹਾਂ। ਪਰ ਇਹਨਾਂ ਨੂੰ ਫੜ ਕੇ ਕਿਉਂ ਲਿਜਾ ਰਹੇ ਆ? ਠਹਿਰੋ, ਤੁਸੀਂ ਇੱਥੇ ਹੀ ਰੁਕੋ। ਖਾਨ ਮੁਰਤਜ਼ਾ ਇੱਥੇ ਆਉਂਦੇ ਹੀ ਹੋਣਗੇ। ਭਾਈਜਾਨ, ਮੁਸਾਫਰਾਂ ਦੇ ਲਈ ਕੁਝ ਦਾਣੇ ਪਾਣੀ ਦਾ ਬੰਦੋਬਸਤ ਹੋ ਸਕਦਾ ਹੈ? ਮੇਰਾ ਕੰਮ ਆ ਤੁਹਾਡੇ ਤੇ ਨਜ਼ਰ ਰੱਖਣਾ, ਖਾਤਰਦਾਰੀ ਕਰਨਾ ਨਹੀਂ। ਉਹ ਭਾਈ, ਇਹਨਾਂ ਤੋਂ ਕੋਈ ਉਮੀਦ ਨਾ ਰੱਖੋ। ਮੈਨੂੰ ਤਾਂ ਕੋਈ ਹੋਰ ਹੀ ਗੱਲ ਲੱਗਦੀ ਹੈ। ਖੁਸ਼ਾਮਦੀਦ, ਖੁਸ਼ਾਮਦੀਦ। ਅਬ ਤੁਹਾਨੂੰ ਇੱਥੇ ਜਾਨਵਰਾਂ ਦੇ ਕੋਲ ਕਿਹਨੇ ਬਿਠਾਇਆ ਹੈ? ਅਸੀਂ ਜਾਣਦੇ ਹਾਂ ਕਿ ਅਜਿਹਾ ਸਲੂਕ ਕਿਹਦੇ ਕਹਿਣ ਤੇ ਹੋ ਰਿਹਾ। ਬਸ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਉਂ ਹੋ ਰਿਹਾ। ਵੇਖੋ, ਗੱਲ ਇੱਕਦਮ ਸਿੱਧੀ ਹੈ। ਖੁਸਰੋ ਨੂੰ ਤੇ ਤੁਸੀਂ ਜਾਣਦੇ ਹੀ ਹੋ। ਬਾਦਸ਼ਾਹ ਦੇ ਖਿਲਾਫ ਸ਼ਮਸ਼ੀਰ ਉਠਾਈ ਸੀ ਉਹਨੇ। ਸ਼ਮਸ਼ੀਰ ਤਾਂ ਖਾਮੋਸ਼ ਹੋ ਗਈ, ਪਰ ਹੁਣ ਅਜੇ ਹੋਰ ਵੀ ਕੰਮ ਕਰਨੇ ਬਾਕੀ ਨੇ। ਆਸ਼ੀਰਵਾਦ ਦੇਣਾ ਕੋਈ ਗੁਨਾਹ ਤਾਂ ਨਹੀਂ? ਹਾਂ, ਗੁਨਾਹ ਹੈ। ਬਾਗੀਆਂ ਨੂੰ ਆਸ਼ੀਰਵਾਦ ਦੇਣਾ ਗੁਨਾਹ ਹੈ, ਤੇ ਉਸ ਤੋਂ ਵੀ ਵੱਡਾ ਗੁਨਾਹ ਹੈ ਆਪਣਾ ਦਰਬਾਰ ਚਲਾਉਣਾ ਤੇ ਦੂਸਰੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨਾ। ਡਰੋ ਨਹੀਂ, ਤੁਸੀਂ ਤੇ ਸੰਤ ਹੋ, ਦਰਵੇਸ਼ ਹੋ। ਬਹੁਤ ਸਾਰੇ ਲੋਕ ਤੁਹਾਨੂੰ ਮੰਨਦੇ ਨੇ, ਬੜੀ ਮੰਨਤਾ ਹੈ ਤੁਹਾਡੀ। ਵੇਖੋ, ਸਾਡਾ ਮਜ਼ਹਬ ਮਜ਼ਹਬੀ ਲੋਕਾਂ ਦਾ ਖੂਨ ਬਹਾਉਣ ਤੋਂ ਮਨਾ ਕਰਦਾ ਹੈ। ਤੁਹਾਡਾ ਖੂਨ ਨਹੀਂ ਬਹਿਣ ਦਿਆ ਗਿਆ ਸੀ। ਨਜ਼ਰ ਬੰਦ ਕਰ ਲਓ ਤੇ ਮਹਿਮਾਨ ਖਾਨੇ 'ਚ ਇਹਨਾਂ ਦਾ ਬੰਦੋਬਸਤ ਕਰੋ। ਜੇ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਇੱਕ ਹੈ, ਤਾਂ ਫਿਰ ਇਸਲਾਮ ਦਾ ਪ੍ਰਚਾਰ ਕਿਉਂ ਨਹੀਂ ਕਰਦੇ? गुरु साहब ने फरमाया, ना हम हिंदू ना मुसलमान, अल्लो राम के पिंड परान। ਤੁਹਾਨੂੰ ਅੰਦਾਜ਼ਾ नहीं है कि इस नाफरमानी का नतीजा की हो सकता है? गुरु जी ने कहा, अगर एक परमात्मा दा प्रचार करना गुनाह है तां असी उस दे गुनाहगार हां। फिर यासा दे कानून दे मुताबिक सजा भुगतन दे लई तैयार कर लो अपने इस गुरु नूं। हुजूर, साईं मियां मीर जी आए ने। मियां मीर जी आउण दो। ਦੇਖੋ, ਤੁਸੀਂ ਇਹ ਗਲਤ ਕਰ ਰਹੇ ਹੋ। ਅੱਲਾਹ ਦੇ ਬੰਦਿਆਂ ਨਾਲ ਇਹ ਸਲੂਕ ਠੀਕ ਨਹੀਂ ਹੈ। साहिं जी, की ठीक है तो की ठीक नहीं है, ये तो बादशाह जानते हैं। ਮੈਂ ਤਾਂ ਬਾਦਸ਼ਾਹ ਅੱਗੇ ਵੀ ਇਹੀ ਫਰਿਆਦ ਕਰਨਾ ਚਾਹੁੰਦਾ। बादशाह सानू हुक्म करके कश्मीर रवाना हो चुके ने, हुण ते सजा हो के रहेगी। ਇਹ ਕਹਿਰ ਹੋ ਰਿਹਾ ਹੈ, ਕਹਿਰ।
या अल्लाह। सुनो, सब तैयार है? जी हजूर, सब तैयार है। ध्यान रखना, खून नहीं बहना चाहिए। काफिरां नूं लैके आओ। अजे भी अपना फैसला बदल लो। अल्लाह दे बंदे दे नाल एक कैर ना करो, ना करो। चंगेज खान दे दरबार च 3 सजावां हुंदियां सी। तपत लो, तपत बालू, तपत नीर। अब जे मन डर रहा है ते अजे भी वेला है, अब फैसला बदल लो। आखिरी मौका है, बस एक कदम पीछे लेना है। या अल्लाह। बल दिलों ते बैठने हर जन गुरु, सड़दी रेता सीस दे पुआ रहे। जबरां दी अग विच बैठे रबी नूर ने, जो तेरा पाना मीठा लागे गा रहे। मेरे पातशाह तवी बनदी ते बैठे क्यों, हर अखरो पई तुसी मुस्कुराए क्यों। सड़ छले हो गए मेहरा दे मालक दे, खुदाए कहर है कुदरत दे खालक दे। कुर्बान हो के दस्या कि वे धर्म दा दीपक जगाईंदा। चलो लगाओ डुबकी।
ज्योति ज्योत रले संपूर्ण तियारा सूरज किरण मिले जल का जल हुआ ਹਜ਼ੂਰ ਇਹਨਾਂ ਬਾਕੀ ਕਾਫਰਾਂ ਦਾ ਕੀ ਕਰਨਾ ਹੈ? ਵਾਪਸ ਜਾਣ ਦਿਓ ਇਹਨਾਂ ਨੂੰ। ਇਹੀ ਤੇ ਜਾ ਕੇ ਆਪਣੇ ਸਾਥੀਆਂ ਨੂੰ ਸੁਣਾਉਣਗੇ ਖੌਫ ਦੀ ਦਾਸਤਾਨ। ਪੰਚਮ ਪਾਤਸ਼ਾਹ ਦੀ ਸ਼ਹਾਦਤ ਲਈ ਜਿੱਥੇ ਜਹਾਂਗੀਰ ਦੀ ਧਾਰਮਿਕ ਕੱਟੜਤਾ ਜ਼ਿੰਮੇਦਾਰ ਸੀ, ਉੱਥੇ ਚੰਦੂ ਸ਼ਾਹ ਦੀ ਈਰਖਾ ਤੇ ਬਦਲਾ ਲਓ ਨੀਤੀ ਨੇ ਵੀ ਵੱਡੀ ਭੂਮਿਕਾ ਨਿਭਾਈ। ਹੁਣ ਵਕਤ ਆ ਗਿਆ ਹੈ ਕਿ ਧਰਮੀ ਲੋਕਾਂ ਨੂੰ ਆਪਣਾ ਧਰਮ ਬਚਾਉਣ ਦੇ ਲਈ ਪੀਰੀ ਦੇ ਨਾਲ ਮੀਰੀ ਦੀ ਸ਼ਕਤੀ ਵੀ ਧਾਰਨ ਕਰਨੀ ਹੋਏਗੀ। ਹੁਣ ਤਖਤ ਸਿਰਜੇ ਜਾਣਗੇ, ਤਲਵਾਰਾਂ ਲਿਸ਼ਕਣਗੀਆਂ ਤੇ ਨਗਾਰੇ ਖੜਕਣਗੇ, ਪਰ ਕਿਸੇ ਜ਼ਰ ਜ਼ੋਰੂ ਜ਼ਮੀਨ ਦੇ ਲਈ ਨਹੀਂ, ਬਲਕਿ ਹਕੂਮਤ ਦੇ ਜ਼ਬਰ ਜ਼ੁਲਮ ਨੂੰ ਰੋਕਣ ਲਈ ਤੇ ਇੱਕ ਧਰਮੀ ਰਾਜ ਦੀ ਨੀਂਹ ਰੱਖਣ ਲਈ। दो तलवारा बद्धियां एक मीरी दी एक पीरी दी, दो तलवारा बद्धियां एक अजमत दी एक राज दी एक राखी करे वजीरी दी। दो तलवारा बद्धियां एक मीरी दी एक पीरी दी, दो तलवारा बद्धियां सच्चा तख्त सुहायो श्री गुरु पाए गए, छब बन्नी रह जाए तो हो क्या गाए गए। रब सस भये मलिन सुदर्श दिखाए गए, श्री गुरु तख्त विराजे प्रभु पे आए गए। वीर बदोला नथा गुरु जी ने ऐलान किया, अज तो शस्त्र कोड़े थे, जोश नाल परे नौजवान ही मेरे लई प्यारी पेटा होणगे। मेरियां खुशियां प्राप्त करन लई शिकार करो, घोड़ सवारी करो ते वीर रस दियां कवितावां सुनो, ताकि मुर्दियां च जान पै जाए। तेरे कहन ते असी उन्हां दे गुरु नूं मौत दे घाट उतार दिता, पर की होया? कुछ नहीं। उन्हां दे सिर बगावत दे विच होर उच्चे उठ गए।
ਹਾਂ ਤੇ ਆਪਣਾ ਮਜ਼ਹਬ ਉਹਨਾਂ ਨੇ ਪੂਰੀ ਤਾਕਤ ਦੇ ਨਾਲ ਹੋਰ ਵਧਾ ਲਿਆ ਹੈ। ਇਸ ਤੋਂ ਪਹਿਲਾਂ ਕਿ ਪਾਣੀ ਸਿਰ ਤੋਂ ਉੱਤੇ ਲੰਘ ਜਾਏ, ਹਰਗੋਬਿੰਦ ਨੂੰ ਪੇਸ਼ ਕੀਤਾ ਜਾਏ। ਆਲਮਪਨਾ ਬਾਦਸ਼ਾਹ ਹਿੰਦੁਸਤਾਨ ਜਹਾਂਗੀਰ ਨੇ ਹਰਗੋਬਿੰਦ ਜੀ ਨੂੰ ਆਗਰੇ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਅਸੀਂ ਗੁਰੂ ਜੀ ਦੇ ਨਾਲ ਸਵੇਰੇ ਦਰਬਾਰ 'ਚ ਪਹੁੰਚ ਜਾਵਾਂਗੇ। ਸ਼ਹਿਨशाह ਹਿੰਦ ਨੇ ਹੁਕਮ ਦਿੱਤਾ ਕਿ ਗੁਰੂ ਨੂੰ ਹੁਣੇ ਸਾਡੇ ਨਾਲ ਚੱਲਣਾ ਪਏਗਾ। ਗੁਰੂ ਦੇ ਸਿੱਖ ਦਾ ਕਿਹਾ ਪੱਥਰ ਤੇ ਲਕੀਰ ਹੁੰਦਾ ਹੈ ਜਨਾਬ। ਠੀਕ ਹੈ, ਕੋਈ ਨਾਫਰਮਾਨੀ ਨਾ ਹੋਵੇ। ਚਲੋ। ਜਨਾਬ, ਇਹ ਸਾਰੇ ਦੇ ਸਾਰੇ ਰਸਦ ਦਾ ਜਿਹੜਾ ਆਇਆ ਜਨਾਬ, ਸੀ ਨਾ, ਹਰਗੋਬਿੰਦ ਆਏ ਨੇ। ਜਨਾਬ, ਬਾਦਸ਼ਾਹ ਦੀ ਖੁਆਇਸ਼ ਹੈ ਕਿ ਗੁਰੂ ਹਰਗੋਬਿੰਦ ਜੀ ਇਕੱਲੇ ਹੀ ਆਣ। ਬਾਦਸ਼ਾਹ ਦੀ ਇਲਤਜਾ ਸੀ ਕਿ ਕੁਝ ਗੁਫ਼ਤਗੂ ਹੀ ਤਾਂ ਕਰਨੀ ਹੈ, ਕਿਉਂ ਨਾ ਦੋ ਬਾਦਸ਼ਾਹ ਆਪਸ ਵਿੱਚ ਹੀ ਕਰ ਲੈਣ। ਸੁਣੋ, ਮੈਨੂੰ ਹੁਣੇ-ਹੁਣੇ ਖਬਰ ਮਿਲੀ ਹੈ ਕਿ ਗੁਰੂ ਜੀ ਨੂੰ ਦੁਪਹਿਰੇ ਕਿਲੇ ਤੋਂ ਬਾਹਰ ਲੈ ਕੇ ਗਏ ਨੇ। ਤੁਸੀਂ ਗਏ ਨਹੀਂ ਅਜੇ? ਸਾਡੇ ਬਾਦਸ਼ਾਹ ਗੁਰੂ ਦੇ ਨਾਲ ਕਾਫੀ ਨਰਮੀ ਨਾਲ ਪੇਸ਼ ਆਏ। ਬਸ ਉਹਨਾਂ ਦੇ ਕੁਝ ਗੁਨਾਹਾਂ ਕਰਕੇ 2 ਲੱਖ ਸੋਨੇ ਦੀਆਂ ਮੋਹਰਾਂ ਜੁਰਮਾਨਾ ਲਾਇਆ। ਗੁਰੂ ਨੇ ਮਨਾ ਕਰਤਾ ਤੇ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਹੁਕਮ ਸੁਣਾ ਦਿੱਤਾ। ਠਹਿਰ। ਗੁਰੂ ਸਾਹਿਬ ਨੂੰ ਅਸੀਂ ਕੈਦ ਵਿੱਚ ਨਹੀਂ ਰਹਿਣ ਦਿਆਂਗੇ। 300 ਜੁਝਾਰੂ ਸੂਰਮਿਆਂ ਦੀ ਫੌਜਾਂ ਸੀ। ਦੁਨੀਆ ਦਾ ਕੋਈ ਵੀ ਬਾਦਸ਼ਾਹ ਹੋਵੇ ਜਾਂ ਉਸ ਦੀ ਫੌਜ, ਜਾਂ ਤਾਂ ਮਰ ਜਾਵਾਂਗੇ ਜਾਂ ਮਾਰ ਦੇਵਾਂਗੇ। ਇਹ ਜੰਗ ਅਸੀਂ ਜਿੱਤ ਕੇ ਹੀ ਰਵਾਂਗੇ। ਨਹੀਂ ਪੈਂਦੇ, ਸਾਨੂੰ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲੈਣਾ ਹੋਏਗਾ। ਜੋਸ਼ ਵਿੱਚ ਜੰਗ ਦਾ ਲਲਕਾਰਾ ਲਾ ਕੇ ਕਿਤੇ ਇਹ ਨਾ ਹੋਵੇ ਕਿ ਗੁਰੂ ਜੀ ਨੂੰ ਕੋਈ ਨੁਕਸਾਨ ਪਹੁੰਚੇ। ਮੁਗਲਾਂ ਨੇ ਪੂਰੀ ਤਿਆਰੀ ਕਰ ਰੱਖੀ ਹੋਏਗੀ। ਪਰ ਗੁਰੂ ਸਾਹਿਬ ਨੂੰ? ਵਾਹਿਗੁਰੂ ਗੁਰੂ ਸਾਹਿਬ ਦੇ ਨਾਲ ਨੇ। ਮੈਨੂੰ ਬਸ 4-5 ਸਾਥੀਆਂ ਦੀ ਲੋੜ ਹੈ। ਮੈਂ ਕਿਸੇ ਨਾ ਕਿਸੇ ਤਰੀਕੇ ਗੁਰੂ ਜੀ ਨੂੰ ਨਾਲ ਲੈ ਕੇ ਆਵਾਂਗਾ। ਪੈਂਦੇ
ਹੁਣ ਜੰਗ ਦੀ ਤਿਆਰੀ ਕਰਨੀ ਹੋਏਗੀ ਤੇ ਜੰਗ 'ਚ ਤੇਰੀ ਸਭ ਤੋਂ ਜ਼ਿਆਦਾ ਲੋੜ ਹੈ। ਅੰਮ੍ਰਿਤਸਰ ਇੱਕ ਵਾਰ ਫਿਰ ਗਮ ਦੇ ਹਨੇਰੇ ਵਿੱਚ ਡੁੱਬ ਗਿਆ। ਗੁਰੂ ਜੀ ਨਾਲ ਪਿਆਰ ਕਰਨ ਵਾਲਾ ਹਰ ਇੱਕ ਇਨਸਾਨ ਦੁੱਖ ਤੇ ਨਿਰਾਸ਼ਾ ਦੀ ਜ਼ਿੰਦਗੀ ਬਿਤਾ ਰਿਹਾ ਸੀ। ਬੱਚਿਆਂ ਨੇ ਖੇਡਣਾ ਤੇ ਹੱਸਣਾ ਛੱਡ ਦਿੱਤਾ। ਲੋਕ ਮੰਨਤਾਂ ਮੰਗਣ ਲੱਗੇ ਅਤੇ ਈਸ਼ਵਰ ਅੱਗੇ ਅਰਦਾਸਾਂ ਕਰਨ ਲੱਗੇ। ਲੋਕਾਂ ਨੇ ਭਜਨ ਕੀਰਤਨ ਨਾਲ ਆਪਣਾ ਦੁੱਖ ਜ਼ਾਹਿਰ ਕੀਤਾ। ਕੁਝ ਲੋਕ ਵਿਰੋਧ ਵਿੱਚ ਅੱਗ ਬਬੂਲਾ ਤੇ ਕੁਝ ਲੋਕ ਪ੍ਰਤੀਰੋਧ ਦੀ ਅੱਗ ਵਿੱਚ ਝੁਲਸ ਰਹੇ ਸੀ। ਗੁਰੂ ਤੇ ਬਾਬਾ ਬਿਧੀ ਚੰਦ ਜੀ ਦੀ ਕੋਈ ਖਬਰ ਨਹੀਂ ਸੀ ਤੇ ਲੋਕਾਂ ਦੇ ਨਾਲ ਪੈਂਦੇ ਖਾਂਦੇ ਸਬਰ ਦਾ ਬਣ ਵੀ ਟੁੱਟ ਰਿਹਾ ਸੀ। फुल्लां दी बागात चढ़ चढ़ चालियन तीरथ जाति जात नैन निहालियन दीवाली दी रात दीवे वालियन तारे जात सनात अंबर वालियन दीवाली दी रात दीवे वालियन तारे जात सनात अंबर बालियन। ਜਹਾਂਗੀਰ ਨੇ ਬੇਬੁਨਿਆਦ ਜੁਰਮ ਤੇ ਜੁਰਮਾਨਾ ਲਾਇਆ ਤੇ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਨੇ ਧੋਖੇ ਨਾਲ ਗੁਰੂ ਜੀ ਨੂੰ ਕੈਦ ਕਰ ਲਿਆ। ਗਵਾਲੀਅਰ ਦੇ ਬਰਬਰ ਕਿਲੇ ਦੇ ਕੈਦਖਾਨੇ 'ਚ ਰੱਖਿਆ ਗਿਆ ਉਹਨਾਂ ਨੂੰ। ਉੱਥੇ ਕਿਲੇਦਾਰ ਹਰੀਦਾਸ ਗੁਰੂ ਜੀ ਦੇ ਆਉਣ ਤੇ ਬਹੁਤ ਪਰੇਸ਼ਾਨ ਹੋਇਆ ਕਿਉਂਕਿ ਗੁਰੂ ਜੀ ਧਰਮੀ ਕਿਰਤ ਦਾ ਖਾਣਾ ਚਾਹੁੰਦੇ ਸਨ ਤੇ ਉਹਨਾਂ ਨੇ ਵਿਰੋਧ ਵਿੱਚ ਭੋਜਨ ਛਕਣ ਤੋਂ ਮਨਾ ਕਰ ਦਿੱਤਾ। ਤੇ ਜਦੋਂ ਅਸੀਂ ਉੱਥੇ ਪਹੁੰਚੇ ਤੇ ਗੁਰੂ ਜੀ ਨੂੰ ਵੇਖ ਕੇ ਸਾਡੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਕੈਦ ਵਿੱਚ ਗੁਰੂ ਜੀ ਦੀ ਤਾਕਤ ਦਿਨੋਂ ਦਿਨ ਵੱਧ ਰਹੀ ਸੀ ਤੇ ਬਾਦਸ਼ਾਹ ਜਹਾਂਗੀਰ ਦੀ ਤਬੀਅਤ ਉਨੀ ਹੀ ਖਰਾਬ ਹੋ ਰਹੀ ਸੀ। ਸਾਈਂ ਮੀਆਂ ਮੀਰ ਤੇ ਨੂਰ ਜਹਾਂ ਦੇ ਕਹਿਣ ਤੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਪਰ ਗੁਰੂ ਸਾਹਿਬ ਦੀਆਂ ਇੱਛਾਵਾਂ ਕਦੇ ਵੀ ਆਪਣੇ ਤੱਕ ਸੀਮਤ ਨਹੀਂ ਸਨ। ਉਹਨਾਂ ਕਿਹਾ ਕਿ ਕੈਦ ਵਿੱਚ ਸਾਰੇ ਹੀ ਬੇਗੁਨਾਹ ਹਨ, ਮੈਂ ਇਹਨਾਂ ਦੇ ਨਾਲ ਹੀ ਰਿਹਾ ਹੋਵਾਂਗਾ। ਤੇ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਜੋ ਵੀ ਗੁਰੂ ਸਾਹਿਬ ਦੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆਉਣਗੇ ਉਹ ਸਭ ਰਿਹਾ ਕਰ ਦਿੱਤੇ ਜਾਣਗੇ। ਦੀਵਾਲੀ ਦੀ ਰਾਤ ਦੀਵੇ ਬਾਲੀਅਨ तारे जात सनात अंबर पालियन दीवाली दी रात दीवे बालियन तारे जात सनात अंबर बालियन।
ਕੀ ਹੋਇਆ? ਫਿਰ ਸਾਈਂ ਮੀਆਂ ਮੀਰ ਜੀ ਤੋਂ ਪਤਾ ਲੱਗਿਆ ਕਿ ਗੁਰੂ ਜੀ ਦੀ ਰਿਹਾਈ ਦੇ ਹੁਕਮ ਦੇ ਨਾਲ ਹੀ ਜਹਾਂਗੀਰ ਦੀ ਤਬੀਅਤ ਦੇ ਵਿੱਚ ਕਾਫੀ ਸੁਧਾਰ ਆਣਾ ਸ਼ੁਰੂ ਹੋ ਗਿਆ। ਸਭ ਪਰਮਾਤਮਾ ਦੀ ਕਿਰਪਾ ਹੈ। ਪਰ ਮੁਗਲਾਂ ਦੀ ਕਿਰਪਾ ਸਾਡੇ ਤੇ ਹਮੇਸ਼ਾ ਨਹੀਂ ਰਹੇਗੀ। ਖੈਰ, ਮੈਂ ਤਾਂ ਪੂਰੀ ਫੌਜ ਦੇ ਨਾਲ ਤਿਆਰ ਹਾਂ। ਓਏ, ਜੰਗ 'ਚ ਘੋੜਸਵਾਰੀ ਕਰਨੀ ਪੈਂਦੀ ਆ, ਕਰ ਲੇਗਾ? ਅੱਜ ਮੈਂ ਇਸ ਚੰਦੂ ਨੂੰ ਨਹੀਂ ਛੱਡਾਂਗਾ। ਇਸ ਚੰਦੂ ਦੇ ਕਹਿਣ ਤੇ ਮੇਰੇ ਤੋਂ ਪਾਪ ਕਰਵਾਇਆ ਗਿਆ ਸੀ। ਬਾਜ਼ ਦੀ ਅੱਖ ਇੱਕ ਸ਼ਿਕਾਰੀ ਦੀ ਅੱਖ ਹੁੰਦੀ ਆ। ਹਰ ਸ਼ਿਕਾਰੀ ਇਹਨੂੰ ਫੜਨਾ ਚਾਹੁੰਦਾ ਹੈ ਤਾਂ ਕਿ ਇਹ ਸ਼ਿਕਾਰ ਫੜਨ ਵਿੱਚ ਮਦਦ ਕਰੇ, ਪਰ ਬਾਜ਼ ਫੜਨਾ ਕੋਈ ਸੌਖਾ ਕੰਮ ਨਹੀਂ ਹੈ ਤੇ ਜੰਗਲੀ ਬਾਜ਼ ਨੂੰ ਪਾਲਤੂ ਕਰਨਾ ਉਸ ਤੋਂ ਵੀ ਮੁਸ਼ਕਿਲ ਕੰਮ ਹੈ। ਜਨਾਬ, ਇਹਨਾਂ ਨੇ ਤਾਂ ਸਾਡਾ ਬਾਜ ਫੜ ਲਿਆ। ਅੱਜ ਇਹਨਾਂ ਨੇ ਬਾਜ ਨੂੰ ਹੱਥ ਪਾਇਆ ਤੇ ਕੱਲ ਤਾਜ ਨੂੰ ਪਾਣਗੇ। ਹਰਗੋਬਿੰਦ ਨੂੰ ਰਿਹਾ ਕਰਕੇ ਬਾਦਸ਼ਾਹ ਨੇ ਬਹੁਤ ਵੱਡੀ ਗਲਤੀ ਕੀਤੀ ਆ। ਇਹਨਾਂ ਨੇ ਆਪਣੀ ਫੌਜ ਬਣਾ ਲਈ ਆ, ਆਪਣੇ ਬਾਜ਼ ਰੱਖੇ ਆ। ਹੁਣ ਇਹ ਜ਼ਰੂਰਤ ਹੋ ਗਈ ਇਹਨਾਂ ਦੀ ਕਿ ਮੁਗਲ ਸਲਤਨਤ ਦਾ ਸ਼ਾਹੀ ਬਾਜ਼ ਫੜ ਲਿਆ। ਇਸ ਗੁਸਤਾਖੀ ਦਾ ਹਰਸਾਨਾ ਤਾਂ ਉਹਨਾਂ ਨੂੰ ਭਰਨਾ ਹੀ ਪਏਗਾ। ਹੁਣ ਬਾਦਸ਼ਾਹ ਹਿੰਦ ਸ਼ਾਹਜਹਾਂ ਖੁਦ ਤੈਅ ਕਰਨਗੇ ਇਹਨਾਂ ਦਾ ਅੰਜਾਮ। ਮੇਰੇ ਬਾਪ ਦਾਦਿਆਂ ਨੇ ਇੰਨੇ ਮੁਲਕ ਜਿੱਤੇ, ਪਰ ਇਹਨੇ ਤਸੀਹੇ ਦੇਣ ਦੇ ਬਾਵਜੂਦ ਵੀ ਇਹਨਾਂ ਮੁੱਠੀ ਪਰ ਸਿੱਖਾਂ ਤੋਂ ਹਾਰ ਮੰਨ ਲਈ। ਪਰ ਮੈਂ ਇਹਦਾ ਨਹੀਂ ਹੋਣ ਦਵਾਂਗਾ। ਮੈਂ ਇਹਨਾਂ ਨੂੰ ਜੜੋਂ ਉਖਾੜ ਦਵਾਂਗਾ, ਇਹਨਾਂ ਦਾ ਵਜੂਦ ਮਿਟਾ ਦਵਾਂਗਾ। हर प्रभ मेरे बाबला हर देवो दान में दाजो। हर प्रभ मेरे बाबला हर देवो दान में दाजो। हर कपड़ो हर शोभा देवो, हर कपड़ो हर शोभा देवो। चित सबरे मेरा काजो। हर प्रभ मेरे बाबला हर देवो दान में दाजो। हर प्रभ मेरे बाबला हर देवो दान में दाजो। भाइयों दियो, किथे जा रहे हो?
ਓਏ ਕੀ ਹੋਇਆ? ਵਿਆਹ ਹੀ ਹੈ, ਕੋਈ ਜੰਗ ਤੇ ਨਹੀਂ। ਥੋੜਾ ਸਾਹ ਲੈ ਤੇ ਆਹ ਲੱਡੂ ਖਾ। ਓਏ ਪਤਾ ਹੈ ਬਰਾਤ ਆਉਣ ਵਾਲੀ ਹੈ, ਮੈਂ ਦਰੀਆਂ ਲੈਣ ਆਇਆ। ਓਏ ਤੂੰ ਖਾ ਲੱਡੂ, ਜਦੋਂ ਜਲੇਬੀਆਂ ਨਿਕਲਣਗੀਆਂ ਉਦੋਂ ਮੈਨੂੰ ਵੀ ਬੁਲਾ ਲਈ। ਭੈਣਾ, ਇਹ ਦਰੀਆਂ ਕਿੱਥੇ ਰੱਖੀਆਂ? ਵੀਰੇ ਛੱਤ ਤੇ ਪਈਆਂ। ਐਨੀਆਂ ਚਾਦਰਾਂ ਸਾਨੂੰ ਵੀ ਫੜਾ ਦਿਓ ਇੱਕ ਦੋ, ਅਸੀਂ ਵੀ ਮਦਦ ਕਰ ਦਿੰਦੇ ਆ। ਆਹੋ, ਤੁਹਾਨੂੰ ਵੀ ਚੁੱਕ ਲਾਂ। ਉਹ ਕੀ ਹੋਇਆ ਬੀਦੀ ਚੰਦ? ਮੁਗਲਾਂ ਨੇ ਅੰਮ੍ਰਿਤਸਰ ਤੇ ਚੜ੍ਹਾਈ ਕਰ ਦਿੱਤੀ ਹੈ। ਦੱਖਣ ਵਾਲੇ ਪਾਸਿਓਂ ਹਮਲਾ ਕਰਨਗੇ। ਲੱਗਦਾ ਹੈ ਬਿਨ ਬੁਲਾਏ ਮਹਿਮਾਨ ਆ ਗਏ ਆ। ਕਿੰਨੇ ਕ ਹੋਣਗੇ? ਲਗਭਗ 7000 ਤੁਰਕੜੇ ਹੋਣਗੇ। ਇਹਨਾਂ ਲਈ ਤਾਂ ਸਾਡੀ 700 ਦੀ ਫੌਜ ਹੀ ਕਾਫੀ ਆ। ਕੱਢੋ ਸ਼ਸਤਰ।
ਮਾਤਾ ਜੀ ਅਸੀਂ ਜੰਗ ਜਿੱਤ ਗਏ ਆ। ਗੁਰੂ ਜੀ ਨੇ ਦੁਸ਼ਮਣਾਂ ਦੇ ਸਿਰ ਏਦਾਂ ਭੰਨੇ ਜਿੱਦਾਂ ਗੰਢੇ ਹੋਣ। तेरा पुत्र दुश्मना दे सिर इंज ही बनेगा। ਆਏ ਸਾਡੀ ਪਹਿਲੀ ਫਤਿਹ ਦੀ ਨਿਸ਼ਾਨੀ। ਫਤਿਹ ਤੇ ਹੋਣੀ ਸੀ, ਕਿਉਂਕਿ ਜੰਗ ਜ਼ਰ ਜੋਰੂ ਜ਼ਮੀਨ ਦੇ ਲਈ ਨਹੀਂ ਸੀ, ਬਲਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਸੀ। ਅੱਬਾ ਜਾਨ ਲਿਆਓ, ਮੈਂ ਮਦਦ ਕਰ ਦਿੰਨੀ ਆ। ਤੂੰ ਇੱਥੇ ਕੀ ਕਰਦੀ ਆ? ਕਿਉਂ? ਆਪਣੇ ਅੱਬਾ ਜਾਨ ਦੇ ਘਰ ਆਣਾ ਮਨਾ ਮੈਨੂੰ? ਨਹੀਂ, ਮੇਰਾ ਮਤਲਬ ਆ ਆਸਮਾ ਖਾਨ ਨੂੰ ਵੀ ਮਲਮ ਪੱਟੀ ਦੀ ਲੋੜ ਹੋਵੇਗੀ। ਤੂੰ ਉਹਨੂੰ ਛੱਡ ਕੇ ਇੱਥੇ ਕੀ ਕਰਦੀ ਆ? ਉਹਨਾਂ ਨੂੰ ਤਾਂ ਝਰੀਟ ਤੱਕ ਨਹੀਂ ਆਈ, ਆਰਾਮ ਨਾਲ ਆਪਣੇ ਕਮਰੇ 'ਚ ਖਾਣਾ ਖਾ ਰਹੇ ਨੇ। ਨਾਲੇ ਤੁਹਾਨੂੰ ਕਿਉਂ ਇੰਨਾ ਚਾਅ ਚੜਿਆ ਅੱਗੇ ਹੋ ਕੇ ਲੜਨ ਦਾ? ਜੇ ਮੈਂ ਨਾ ਲੜਿਆ ਤਾਂ ਪਤਾ ਹੈ ਆਪਣੇ ਕਿੰਨੇ ਸ਼ਹੀਦ ਹੋ ਜਾਣਗੇ। ਮੈਂ ਜਾਣਦੀ ਹਾਂ ਕਿ ਤੁਸੀਂ ਉਹਨਾਂ ਨੂੰ ਅੱਗੇ ਵੱਧ ਕੇ ਲੜਨ ਨਹੀਂ ਦਿੰਦੇ। ਨਾਲੇ ਉਹ ਕਹਿ ਰਹੇ ਸੀ ਕਿ ਤੁਹਾਨੂੰ ਪੱਛਮ ਜਾਣ ਦਾ ਹੁਕਮ ਹੋਇਆ। ਇਹ ਤਾਂ ਸਗੋਂ ਖੁਸ਼ੀ ਦੀ ਗੱਲ ਹੈ ਕਿ ਪੱਛਮ ਦੀਆਂ ਸਰਹੱਦਾਂ ਤੋਂ ਸਾਰੇ ਹਮਲੇ ਅਸੀਂ ਰੋਕਾਂਗੇ, ਤਾਂ ਕਿ ਅੰਮ੍ਰਿਤਸਰ 'ਚ ਆਪਣੇ ਲੋਕ ਆਰਾਮ ਨਾਲ ਰਹਿ ਸਕਣ ਤੇ ਇੱਥੋਂ ਆਪੇ ਵਿਧੀ ਚੰਦ ਸੰਭਾਲੇਗਾ। ਪਰ ਸਾਨੂੰ ਕਿਉਂ ਭੇਜਿਆ ਜਾ ਰਿਹਾ ਪੱਛਮ ਵੱਲ ਮਰਨ ਲਈ? ਪੱਛਮ ਦਿਸ਼ਾ ਤੋਂ ਕੌਣ ਆਏਗਾ ਹਿੰਦੁਸਤਾਨ ਵਿੱਚ, ਜਦ ਪਹਿਲੇ ਮੁਗਲ ਆ ਕੇ ਵਸੇ ਹੋਏ ਨੇ। ਅਸਲੀ ਕੰਮ ਤਾਂ ਵਿਧੀ ਦਾ ਹੈ, ਮੁਗਲਾਂ ਨਾਲ ਲੜਾਈ ਤੇ ਗੁਰੂ ਘਰ ਨਾਲ ਪਿਆਰ। ਅੱਬਾ ਹਜ਼ੂਰ ਸਹੀ ਫਰਮਾ ਰਹੇ ਨੇ, ਹੁਕਮ ਆਇਆ ਤਾਂ ਜਾਣਾ ਤਾਂ ਪਏਗਾ ਹੀ। ਇਹ ਉਹੀ ਗੁਰੂ ਘਰ ਹੈ ਜਿਹਨੇ ਮੈਨੂੰ ਸਭ ਕੁਝ ਦਿੱਤਾ ਹੈ, ਮੈਨੂੰ ਪਾਲਿਆ, ਲੜਨਾ ਸਿਖਾਇਆ, ਹੱਸਦਾ ਖੇਡਦਾ ਪਰਿਵਾਰ ਦਿੱਤਾ ਤੇ ਭੇਜ ਦਿੱਤਾ ਪੱਛਮ ਚ ਲੜਨ ਦੇ ਲਈ। ਇਹ ਗਰਮੀ ਨਾ ਪੱਛਮੀ ਸਰਹੱਦਾਂ ਲਈ ਬਚਾ ਕੇ ਰੱਖ, ਉੱਥੇ ਵੈਸੇ ਹੀ ਬੜੀ ਠੰਡ ਆ। ਤੁਸੀਂ ਦੋਵੇਂ ਠੰਡੇ ਹੋ ਜਾਓ, ਜੰਗ ਕਰ ਕਰਕੇ ਦਿਮਾਗ ਗਰਮ ਹੋਏ ਪਏ ਆ। ਜੰਗ ਤੇ ਅਸੀਂ ਜਿੱਤ ਹੀ ਗਏ ਆ, ਹੁਣ ਘਰ ਵਿੱਚ ਵਿਆਹ ਵੀ ਹੈ ਭੈਣ ਵੀਰੋ ਦਾ, ਤੇ ਹੋਰ ਵੀ ਬੜੇ ਕੰਮ ਨੇ। ਚਲੋ ਚਲੀਏ। ਮੇਰੀ ਗੈਰ ਮੌਜੂਦਗੀ ਵਿੱਚ ਗੁਰੂ ਜੀ ਦਾ ਖਿਆਲ ਰੱਖਣਾ। ਉਦੋਂ ਤੱਕ ਮੈਂ ਮੋਰਚੇ ਤੇ ਦੁਸ਼ਮਣਾਂ ਦਾ ਖਿਆਲ ਰੱਖਦਾ ਹਾਂ। ਇਹੋ ਜਿਹੇ ਘੋੜੇ ਦੁਨੀਆ 'ਚ ਕਿਸੇ ਨੇ ਵੇਖੇ ਨਹੀਂ ਹੋਣਗੇ। ਖੂਬਸੂਰਤ ਜਾਨਵਰ, ਲੰਮੇ ਲੰਮੇ ਰੇਸ਼ਮੀ ਵਾਲ, ਚਮਕਦਾ ਬਦਨ, ਮਜ਼ਬੂਤ ਪੈਰ ਤੇ ਸੰਘਣੀ ਪੂਛ। ਵਾਹ, ਵੇਖੋ ਤਾਂ ਇਹ ਲੱਗਦਾ ਜਿਵੇਂ ਇਹਨਾਂ ਘੋੜਿਆਂ ਨੂੰ ਉੱਪਰ ਵਾਲੇ ਨੇ ਫੁਰਸਤ ਬਣਾਇਆ ਹੋਵੇ। ਪਤਾ ਹੀ ਨਹੀਂ ਕਿੱਦਾਂ ਐਨ ਜੰਗਲ ਦੇ ਵਿੱਚ ਮੁਗਲਾਂ ਦੀਆਂ ਟੁਕੜੀਆਂ ਨੇ ਆ ਕੇ ਮੈਨੂੰ ਘੇਰ ਲਿਆ। ਮੈਂ ਉਹਨਾਂ ਨੂੰ ਕਿਹਾ ਇਹ ਘੋੜੇ ਤੋਹਫੇ ਹੈ ਕਿਸੇ ਦੇ ਲਈ। ਇਹ ਘੋੜੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਲਈ ਨੇ। ਉਹਨਾਂ ਨੇ ਘੋੜਿਆਂ ਦੀ ਲਗਾਮ ਮੇਰੇ ਤੋਂ ਖੋਹ ਲਈ ਤੇ ਕਿਹਾ ਤੂੰ ਜਾ, ਇਹਨਾਂ ਘੋੜਿਆਂ ਨੂੰ ਸੱਚੇ ਪਾਤਸ਼ਾਹ ਤੱਕ ਅਸੀਂ ਆਪੇ ਪਹੁੰਚਾ ਦਿਆਂਗੇ। ਆਪਣੀ ਚੀਜ਼ ਜੇ ਮੁਗਲਾਂ ਕੋਲ ਪਹੁੰਚ ਗਈ ਹੈ ਤਾਂ ਉਸ ਨੂੰ ਵਾਪਸ ਲਿਆਉਣਾ ਜ਼ਰੂਰੀ ਹੈ। ਫਿਰ ਤੋਂ ਸਾਨੂੰ ਮੁਗਲਾਂ ਤੇ ਹਮਲਾ ਕਰਨਾ ਪਏਗਾ। ਇਹ ਖਤਰੇ ਤੋਂ ਖਾਲੀ ਨਹੀਂ ਹੈ। ਘੋੜਿਆਂ ਨੂੰ ਲਿਆਉਣ ਲਈ ਮੈਨੂੰ ਕਿਸੇ ਫੌਜ ਦੀ ਲੋੜ ਨਹੀਂ ਹੈ, ਬਸ ਗੁਰੂ ਸਾਹਿਬ ਦਾ ਆਸ਼ੀਰਵਾਦ ਹੀ ਕਾਫੀ ਹੈ। ਓਏ ਖਾ ਲੈ ਮੇਰੇ ਬਾਪ, ਖਾ ਲੈ। ਓਏ ਕਿੱਥੋਂ ਫੜ ਲਿਆਏ ਹੋ ਇਸ ਘੋੜੇ ਨੂੰ? ਇੰਨੇ ਦਿਨਾਂ ਦਾ ਕੁਝ ਨਹੀਂ ਖਾਦਾ, ਖੱਚਰ ਕਿਸੇ ਥਾਂ ਦਾ। ਉਹ ਇੰਨਾ ਕਿਉਂ ਡਰਦਾ ਹੈ ਤੂੰ ਇਹਨਾਂ ਤੋਂ? ਸੁੱਕੀ ਘਾਹ ਖਵਾ ਰਿਹਾ। ਆ ਦੇਖ, ਚੰਗੀ ਹਰੀ ਹਰੀ ਘਾਹ ਲੈ
ਤੇ ਉੱਤੇ ਰੱਖ ਇੱਕ ਸੇਬ, ਫੇਰ ਕਿੱਦਾਂ ਨਹੀਂ ਖਾਣਗੇ? ਲੈ खा, तू भी खा, ले खा। रहन दे, मरण दे इन्हां नूं। ओए ओ दूर ही रही, बड़ी जोर दी दलत्ती मारदे आ। ले खा। ਓਏ ਮੂਰਖ, ਓਏ ਬੇਵਕੂਫੋ, ਅੱਜ ਜੇ ਇਹਨਾਂ ਘੋੜਿਆਂ ਨੇ ਕੁਝ ਨਾ ਖਾਦਾ ਤਾਂ ਤੁਹਾਡੀ ਖੈਰ ਨਹੀਂ ਹੈ। ਅੱਜ ਇਹ ਘੋੜੇ ਭੁੱਖੇ ਰਹੇ ਤੇ ਤੁਹਾਡੇ ਮੈਂ ਸਿਰ ਕਲਮ ਕਰ ਦੂੰਗਾ, ਸਮਝੇ ਨਾ? ਸਤਿਕਰਤਾਰ ਜੀ, ਧਿਆਨ ਰੱਖੀ ਇਹਦਾ। ਕਿੱਥੋਂ ਲਿਆਇਆ ਤੂੰ ਇਹ ਗਲਿਆ ਸੜਿਆ ਘਾਹ? ਤੇਰੀ ਜ਼ਰੂਰਤ ਕਿੱਦਾਂ ਹੋਈ ਮੁਗਲ ਅਸਤਬਲ 'ਚ ਘਾਹ ਭੇਜਣ ਦੀ? ਆ ਖਾਸ ਘਾਹ ਤੁਹਾਡੇ ਲਈ ਲਿਆਂਦਾ ਰਾਵੀ ਦੇ ਕੰਢੇ ਤੋਂ ਵੱਢ ਕੇ। ਇਹੋ ਜਿਹਾ ਘਾਹ ਕਿਤੇ ਨਹੀਂ ਜੇ ਤੁਹਾਨੂੰ ਲੱਭਣਾ। ਉਹ ਸਾਡੇ ਘੋੜੇ ਤਾਂ ਮੂੰਹ ਵੀ ਨਹੀਂ ਲਾਉਂਦੇ ਇਸ ਘਾਹ ਨੂੰ। ਜੇ ਅੱਜ ਘੋੜਿਆਂ ਨੇ ਘਾਹ ਨਾ ਖਾਦਾ ਤਾਂ ਸਿਰ ਕਲਮ ਕਰਵਾ ਦਿਆਂਗੇ ਵਿੱਚ ਬਾਜ਼ਾਰ। ਉਹ ਜਨਾਬ, ਇਹਦੇ ਘਾਹ ਨੂੰ ਤਾਂ ਕੋਈ ਗਧਾ ਵੀ ਮੂੰਹ ਨਾ ਲਾਵੇ। ਤੁਸੀਂ ਮੁਗਲ ਤੇ ਅਰਬੀ ਘੋੜਿਆਂ ਦੀ ਗੱਲ ਕਰਦੇ ਹੋ। ਅਜੀ ਮੇਰੇ ਕੋਲੋਂ ਘਾਹ ਖਰੀਦੋ, ਦਿਲ ਖੁਸ਼ ਹੋ ਜਾਏਗਾ, ਘੋੜਿਆਂ ਦਾ ਵੀ ਤੇ ਤੁਹਾਡਾ ਵੀ। ਜੇ ਇਹਨਾਂ ਤੇਰਾ ਘਾਹ ਨਹੀਂ ਖਾਦਾ ਨਾ ਤਾਂ ਤੇਰਾ ਸਿਰ ਵੀ ਇਹਨਾਂ ਦੇ ਨਾਲ ਹੀ ਕਲਮ ਕਰ ਦਿਆਂਗਾ। ਜਨਾਬ ਜੀ, ਮੇਰੇ ਹੱਥੋਂ ਘੋੜੇ ਘਾਹ ਜ਼ਰੂਰ ਖਾਣਗੇ। ਉਹ ਇਹੋ ਜਿਹਾ ਕੀ ਖਾਸ ਹੈ ਤੇਰੇ ਘਾਹ ਵਿੱਚ? ਜੇ ਤੇਰਾ ਘਾਹ ਵੀ ਨਹੀਂ ਖਾਦਾ ਨਾ ਤਾਂ ਤੇਰਾ ਸਿਰ ਵੀ ਕਲਮ ਕਰ ਦਿਆਂਗੇ, ਨਾਲੇ ਹੱਥ ਵੀ। ਇਹ ਮੇਰਾ ਵਾਅਦਾ ਹੈ ਕਿ ਘੋੜੇ ਅੱਜ ਰਾਤ ਭੁੱਖੇ ਨਹੀਂ ਰਹਿਣਗੇ। ਠੀਕ ਹੈ, ਚੱਲ ਸਾਡੇ ਨਾਲ। ਨਾ ਜਦੋਂ ਮੈਂ ਕਹਿ ਦਿੱਤਾ ਕਿ ਸਿਰ ਕਲਮ ਕਰ ਦਿਆਂਗਾ ਤੇ ਤੂੰ ਹੱਥ ਵੱਢਣ ਦੀ ਧਮਕੀ ਕਿਉਂ ਦੇ ਰਿਹਾ? ਉਹ ਜਦੋਂ ਸਿਰ ਹੀ ਕਲਮ ਕਰਤਾ ਤੇ ਹੱਥ ਵੱਢ ਕੇ ਕੀ ਕਰੇਗਾ? ਤੂੰ ਦੁਆ ਕਰ ਕਿ ਘੋੜੇ ਕੁਝ ਖਾ ਲੈਣ, ਨਹੀਂ ਤਾਂ ਸਾਡੇ ਸਿਰ ਕਲਮ ਕਰ ਦਿੱਤੇ ਜਾਣਗੇ। ਰਹਿ ਘੋੜੇ ਤੋਂ, ਘਾਹ ਸੁੱਟ ਦੇ ਉਹਨਾਂ ਸਾਹਮਣੇ ਤੇ ਭੱਜ ਜਾ ਇੱਥੇ।
ਇਹ ਮਰੂਗਾ ਅੱਜ। ਇਹ ਤਾਂ ਜਨਮਾਂ ਦੇ ਵਿਛੜੇ ਲੱਗਦੇ ਨੇ। ਜਨਾਬ, ਅਸੀਂ ਘੋੜਿਆਂ ਨੂੰ ਘਾਹ ਖਵਾਤਾ। ਰਾਵੀ ਕੰਢਿਓਂ ਵੱਢ ਕੇ ਲਿਆਏ ਆ ਆਪਣੇ ਹੱਥਾਂ ਨਾਲ। ਆ ਕੌਣ ਆ? ਬੁਲਾਓ ਇਹਨੂੰ। ਜਨਾਬ, ਇਹ ਮੁੰਡਾ ਤਾਂ ਐਵੇਂ ਹੀ ਹੈ ਜੀ। ਇੱਧਰ ਬੁਲਾਓ। ਇੱਥੇ ਕੰਮ ਕਰ ਤੂੰ। ਅਸਤਬਲ ਤੇ ਘੋੜਿਆਂ ਦੀ ਦੇਖ ਰੇਖ ਦਾ ਜ਼ਿੰਮਾ ਤੈਨੂੰ ਸੌਂਪਤਾ ਅੱਜ ਤੋਂ, ਸਮਝ ਗਿਆ? ਜੀ ਜਨਾਬ, ਸੱਚੇ ਪਾਤਸ਼ਾਹ ਦੇ ਲਈ ਤਾਂ ਆਪਣੀ ਜਾਨ ਵੀ ਹਾਜ਼ਰ ਹੈ। ਆ ਲੈ ਮੌਜਾਂ ਲੈ। ਓਏ ਤੂੰ ਘੋੜਿਆਂ ਨੂੰ ਘਾਹ ਖਵਾ ਕੇ ਨਾ ਜਾਨ ਬਚਾਲੀ ਉਹ ਸਾਡੀ ਸਭ ਦੀ, ਖਾਸ ਕਰਕੇ ਇਹਨਾਂ ਦਮਿਆਂ ਦੀ। ਓਏ ਇਹਦੇ ਰਹਿਣ ਸਹਿਣ ਦਾ ਇੰਤਜ਼ਾਮ ਕਰੋ, ਸਮਝੇ? ਜੀ ਹਜ਼ੂਰ। ਦੇਖ ਭਰਾ, ਜ਼ਿੰਦਗੀ ਬਣਾਤੀ ਤੇਰੀ, ਹੁਣ ਤਾਂ ਮਹਿਲਾਂ 'ਚ ਕੱਢੂਗੀ ਜ਼ਿੰਦਗੀ। ਵੈਸੇ ਤੇਰਾ ਨਾਂ ਕੀ ਆ? ਚੰਦਾ ਕਾਈ ਹੈ ਜੀ। ਰਾਤ ਨੂੰ ਚੰਨ ਬਣ ਕੇ ਰੋਸ਼ਨ ਕਰ ਦਿੱਤਾ ਤੇ ਅਸ਼ਰਫੀਆਂ ਨੇ ਤੈਨੂੰ ਵੀ। ਫਿਰ ਖਵਾ ਪਿਆ ਕੁਝ। ਆ ਲਓ ਅਸ਼ਰਫੀਆਂ, ਖਾਓ ਪੀਓ ਤੇ ਮੌਜਾਂ ਕਰੋ। ਤੁਹਾਡੀ ਬਦੌਲਤ ਹੀ ਤਾਂ ਇਹ ਸੁਗਾਤ ਮੇਰੇ ਹੱਥ ਲੱਗੀ ਹੈ। ਓਏ ਕਿਸੇ ਨੂੰ ਪਤਾ ਨਾ ਲੱਗੇ ਕਿ ਸਾਨੂੰ ਇਹ ਅਸ਼ਰਫੀਆਂ ਮਿਲੀਆਂ। ਤੂੰ ਵੀ ਉਹੀ ਸੋਚ ਰਿਹਾ ਜੋ ਮੈਂ ਸੋਚ ਰਿਹਾ। ਮਦਰਾ आवाज नहीं, आवाज नहीं। मैं आना हुणे तेनू भी लैन, ध्यान रखी। ਆ ਕੀ ਸੀ? ਉਹ ਕੋਈ ਪੱਥਰ ਡਿੱਗਿਆ ਹੋਣਾ ਦਰਿਆ 'ਚ। ਓਏ ਘੋੜਾ ਕਿੱਥੇ ਗਿਆ? ਅਸੀਂ ਤਾਂ ਇੱਥੇ ਹੀ ਸੀ ਜੀ, ਅਸਤਬਲ ਦੇ ਸਾਹਮਣੇ। ਆ ਵੇਖੋ, ਚਾਬੀ ਵੀ ਮੇਰੇ ਕੋਲ ਆ। ਦਰਵਾਜ਼ੇ ਵੀ ਸਾਰੇ ਬੰਦ ਸੀ। ਇੱਥੇ ਤਾਂ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਹਜ਼ੂਰ। ਓਏ ਚੰਦ ਕਾਇਆ ਕਿੱਥੇ? ਓਏ ਲੱਗਦਾ ਕਾਇਆ ਚੰਦ ਚੜਾ ਗਿਆ। ਉਹ ਕਾਇਆ ਕਿੱਦਾਂ ਲੈ ਜੂ ਘੋੜੇ ਨੂੰ? ਕਿਉਂ ਨਹੀਂ ਲਿਜਾ ਸਕਦਾ? ਤੁਸੀਂ ਤਾਂ ਦੋਵੇਂ ਪੀ ਕੇ ਸੌਂ ਰਹੇ ਸੀ ਨਾ। ਲੰਮਾ ਮੈਂ ਬੱਚੂ ਅੱਜ ਤੁਹਾਡੀ ਪੀਤੀ। ਤੁਹਾਨੂੰ ਕੀ ਪਤਾ? ਹਾਂ ਹਜ਼ੂਰ, ਇਹ ਬਿਲਕੁਲ ਠੀਕ ਕਹਿ ਰਿਹਾ। ਦਰਵਾਜ਼ਾ ਵੀ ਬੰਦ ਹੈ, ਬਾਹਰ ਵੀ ਸਿਪਾਹੀ ਤੈਨਾਤ ਹੈ ਹਜ਼ੂਰ। ਤੇ ਇੱਧਰ ਉਹ ਕਿੱਥੇ ਲੈ ਚੱਲਿਆ? ਮਰਵਾਏਗਾ? ਇੱਧਰੋਂ ਤਾਂ ਉਹੀ ਦੇਖ ਕੇ ਘਬਰਾ ਜੇ। ਓਏ ਫਿਰ ਜ਼ਮੀਨ ਨਿਕਲ ਗਈ ਕਿ ਆਸਮਾਨ ਖਾ ਗਿਆ? ਓਏ ਲੱਭੋ ਨੂੰ ਲੱਭੋ, ਨਹੀਂ ਤਾਂ ਮੈਂ ਤੁਹਾਡੇ ਦੋਵਾਂ ਦੇ ਸਿਰ ਕਲਮ ਕਰ ਦੂੰਗਾ, ਸਮਝੇ? ਪਤਾ ਨਹੀਂ ਜ਼ਮੀਨ ਨਿਕਲ ਗਈ ਜਾਂ ਆਸਮਾਨ ਖਾ ਗਿਆ। ਬਈ ਵਾਹ, ਨਾ ਖੂਨ ਡੁੱਲਿਆ ਨਾ ਤਲਵਾਰ ਮਿਆਨ ਚੋਂ ਬਾਹਰ ਨਿਕਲੀ।
ਫਿਰ ਵੀ ਦਿਲਬਾਗ ਨੂੰ ਮੁਗਲ ਕਿਲੇ ਚੋਂ ਕੱਢ ਲਿਆਏ। ਇਹ ਤਾਂ ਬਿਧੀ ਚੰਦ ਹੀ ਕਰ ਸਕਦੇ ਸੀ। ਦਿਲਬਾਗ ਨੂੰ ਹੁਣ ਗੁਲਬਾਗ ਤੋਂ ਬਿਨਾਂ ਚੈਨ ਨਹੀਂ ਆਉਣਾ, ਉਹਨੂੰ ਵੀ ਹੁਣ ਲਿਆਉਣਾ ਹੀ ਪਏਗਾ। ਪਰ ਬਿਧੀ ਚੰਦ ਜੀ, ਤੁਸੀਂ ਦੁਬਾਰਾ ਉੱਥੇ ਨਹੀਂ ਜਾ ਸਕਦੇ, ਪਛਾਣੇ ਜਾਓਗੇ। ਓਏ ਤੂੰ ਫਿਕਰ ਨਾ ਕਰ, ਮੈਨੂੰ ਕੋਈ ਨਹੀਂ ਪਛਾਣ ਸਕਦਾ। हाँ जी, आओ आओ आओ। यही वो जगह है जी जिथों साडा घोड़ा गवाचा सी। ਉਹ ਜਨਾਬ, ਉਹ ਕੀ ਦੱਸਾਂ, ਇਹ ਧੋਖਾ ਧੜੀ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਜੀ। नहीं हकली धरती निकल गई जहां आसमान खा गया। हकली ਇਹ ਤੇ ਅੱਲਾ ਦਾ ਬੰਦਾ ਲੱਗਦਾ ਹੈ। ਮੈਨੂੰ ਵੇਖਦੇ ਕਹਿਣ ਲੱਗਾ ਜੇ ਤੁਹਾਡਾ ਕੋਈ ਘੋੜਾ ਗੁੰਮ ਹੋਇਆ ਹੈ। ਇਹ ਤੇ ਚੰਦ ਚੜਾ ਗਿਆ ਕੋਈ। ਹਕਲੀ ਤੁਹਾਡਾ ਘੋੜਾ ਇੱਥੋਂ ਹੀ ਚੋਰੀ ਹੋਇਆ ਨਾ? ਬਿਲਕੁਲ ਜੀ, ਬਿਲਕੁਲ ਸਹੀ, ਇੱਥੋਂ ਹੀ ਚੋਰੀ ਹੋਇਆ ਸੀ ਜੀ। ਉੱਥੋਂ ਹੀ ਗਾਇਬ ਹੋਈ ਸੀ ਘੋੜੇ ਦੀ ਕਾਠੀ। हाँ जी हाँ जी हाँ जी, बिल्कुल सही किया जी, तुसी बिल्कुल सही किया। ਕਾਠੀ ਲਿਆਓ ਤੇ ਇਸ ਘੋੜੇ ਤੇ ਪਾਓ ਜਿਵੇਂ ਪਹਿਲੇ ਤੇ ਪਾਈ ਗਈ ਸੀ। ਇਹਨੂੰ ਕਿੱਦਾਂ ਪਤਾ ਕਿ ਦੂਜਾ ਘੋੜਾ ਵੀ ਹੈ? मैं दस्या सी, काठियां कड्डो, घोड़ा लेके आओ। हट 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 हट। सब दूर दूर हो जाओ हुण। है क्या? सब दूर दूर हो जाओ। हैं? की क्या है? की क्या है? ओ हो। हकली इस घोड़े दा कहना है कि इनू अपने बिछड़े हुए भरा दे नाल जल्दी मिलना है। आमीन। ਜਿਹੜਾ ਇਹਦੇ ਭਰਾ ਨੂੰ ਲੈ ਕੇ ਭੱਜਿਆ ਹੈ, ਉਹ ਵੇਖਣ ਚ ਕੁਝ ਇਸ ਤਰ੍ਹਾਂ ਦਾ ਲੱਗਦਾ ਸੀ। ਓਏ ਤਾਂ ਚੰਦ ਘਾਈਏ ਵਰਗਾ ਹੀ ਬਣਦਾ ਜਾ ਰਿਹਾ ਹੈ। ਓਏ ਤੇ ਚੰਦ ਕਾਇਆ ਯਾ। ਮੈਂ ਹਾਂ ਵਿਧੀ ਚੰਦ ਸ਼ੀਨਾ, ਸੱਚੇ ਪਾਤਸ਼ਾਹ ਦਾ ਪਰਮ ਸੇਵਕ। ਇਹ ਗੁਰੂ ਘਰ ਦੇ ਘੋੜੇ ਖੋਹੇ ਗਏ ਸੀ। ਪਹਿਲੇ ਘੋੜੇ ਨੂੰ ਵੀ ਮੈਂ ਲੈ ਕੇ ਗਿਆ ਸੀ ਤੇ ਦੂਜੇ ਨੂੰ ਵੀ ਲੈ ਕੇ ਜਾ ਰਿਹਾ। ਰੋਕ ਸਕਦੇ ਹੋ ਤੇ ਰੋਕ ਲਓ। ਫੜੋ ਉਹਨੂੰ। ਓਏ ਸਿਪਾਹੀ ਕਿੱਥੇ ਮਰ ਗਿਆ?
ਗੁਰੂ ਜੀ ਬਿਧੀ ਚੰਦ ਦੀ ਬਹਾਦਰੀ ਤੋਂ ਖੁਸ਼ ਹੋਏ। ਉਹਨਾਂ ਨੇ ਬਿਧੀ ਚੰਦ ਨੂੰ ਗਲੇ ਲਾ ਕੇ ਕਿਹਾ, ਬਿਧੀ ਚੰਦ ਸ਼ੀਨਾ ਗੁਰੂ ਦਾ ਸੀਨਾ। ਸਾਨੂੰ ਇੱਥੇ ਭੇਜਤਾ ਠੰਡ 'ਚ ਮਰਨ ਲਈ। ਉਹ ਇੱਥੇ ਤਾਂ ਪਰਿੰਦਾ ਵੀ ਪਰ ਨਹੀਂ ਮਾਰਦਾ। ਤੂੰ ਲਕੜਾਂ ਬਾਲ ਕੇ ਨਾ ਅੰਦਰ ਬਹਿ ਜਾ। ਮੈਂ ਲੜਨਾ ਹੈ। ਇੱਥੇ ਬੈਠੇ ਬੈਠੇ ਕੀ ਹੋਊਗਾ? ਅੱਛਾ, ਲੜਨ ਦਾ ਬੜਾ ਸ਼ੌਕ ਹੈ ਨਾ ਤੈਨੂੰ? ਚੁੱਕ ਤਲਵਾਰ ਤੇ ਲੜ ਹੁਣ। ਜਦੋਂ ਦੇ ਅਸੀਂ ਇੱਥੇ ਆਏ ਆ 2 ਜੰਗਾਂ ਹੋ ਚੁੱਕੀਆਂ ਨੇ। ਬਿਧੀ ਚੰਦ ਲੜ ਰਿਹਾ ਤੇ ਜਿੱਤ ਰਿਹਾ। ਬਿਧੀ ਚੰਦ ਲਾਹੌਰ ਤੋਂ ਘੋੜੇ ਵੀ ਛੜਾ ਲਿਆ ਆ। ਇੱਕ ਵਾਰੀ ਘਾਈਆ ਬਣ ਕੇ, ਇੱਕ ਵਾਰੀ ਨਜੂਮੀ ਬਣ ਕੇ। ਬੈਰੂਪੀਆ ਆ ਉਹ, ਬੈਰੂਪੀਆ। ਉੱਥੇ ਗੁਰੂ ਦਾ ਪਿਆਰਾ ਬਣ ਗਿਆ ਤੇ ਅਸੀਂ ਇੱਥੇ ਠੰਡ 'ਚ ਮਰ ਰਹੇ ਹਾਂ। ਹੁਣ ਅੰਦਰ ਜਾ ਕੇ ਸੌਂ ਜਾ। ਕੱਲ ਨਿਕਲਣਾ ਹੈ ਕੀਰਤਪੁਰ। ਖੁਦ ਸੁਣਾ ਦੇਂ ਆਪਣੀਆਂ ਦੁੱਖ ਤਕਲੀਫਾਂ ਗੁਰੂ ਜੀ ਨੂੰ। ਹਜ਼ੂਰ, ਫਤਿਹਪੁਰ ਸੀਕਰੀ ਤੋਂ ਕਾਲੇ ਖਾਂ ਤਸ਼ਰੀਫ ਲਿਆਏ ਨੇ। ਹਾਂ, ਆਉਣ ਦਿਓ ਉਹਨੂੰ। ਅੰਮ੍ਰਿਤਸਰ ਤੇ ਦੱਖਣ ਦੇ ਦਿਸ਼ਾ ਵੱਲੋਂ ਹੀ ਹਮਲਾ ਕਰਨਾ ਸਹੀ ਹੋਏਗਾ। ਇਸ ਵਾਰ ਇੰਨੇ ਸਿਪਾਹੀਆਂ ਮੁਗਲਾਂ ਕੋਲ ਕਿ ਅੱਧੇ ਦਿਨ 'ਚ ਹੀ ਸਾਰੇ ਸਿੱਖ ਮਰ ਜਾਣਗੇ। ਨਹੀਂ, ਅਜੇ ਸਿੱਖਾਂ ਤੇ ਹਮਲਾ ਨਹੀਂ ਕੀਤਾ ਜਾ ਸਕਦਾ। ਡਰੋ ਨਹੀਂ ਕਾਲੇ ਖਾਂ ਜੀ। ਸਾਨੂੰ ਪਤਾ ਹੈ ਕਿ ਸਿੱਖਾਂ ਨਾਲ ਪਹਿਲੀ ਜੰਗ 'ਚ ਤੁਹਾਡੇ ਭਾਈ ਜਾਨ ਮਾਰੇ ਗਏ ਸੀ, ਪਰ ਉਦੋਂ ਸਾਡੀ 7000 ਹੀ ਮੁਗਲ ਫੌਜ ਸੀ। ਹੁਣ ਤਾਂ ਅਸੀਂ 50000 ਹਾਂ। ਮੇਰੇ ਭਾਈਜਾਨ 700 ਸਿੱਖਾਂ ਤੋਂ ਹਾਰ ਗਏ ਸੀ। ਅਸੀਂ 10 ਗੁਣਾ ਸੀ ਉਹਨਾਂ ਨਾਲੋਂ, ਪਰ ਫਿਰ ਵੀ ਜਿੱਤ ਨਹੀਂ ਸੀ ਸਕੇ। ਜੋ ਉਹਨਾਂ ਦੀ ਉਸ ਵੇਲੇ ਸਭ ਤੋਂ ਵੱਡੀ ਢਾਲ ਸੀ ਪਹਿਲੀ ਜੰਗ 'ਚ, ਉਹ ਹੁਣ ਵਾਪਸ ਆ ਗਿਆ ਹੈ। ਉਹਦੇ ਹੁੰਦਿਆਂ ਜੰਗ ਜਿੱਤਣੀ ਮੁਸ਼ਕਿਲ ਹੋ ਸਕਦੀ ਹੈ। ਕੌਣ ਹੈ ਉਹ? ਪੈਂਦੇ ਖਾਨ। ਇਹ ਪੈਂਦੇ ਖਾਨ ਨੂੰ ਰਸਤੇ 'ਚੋਂ ਹਟਾ ਦਿੰਨੇ ਆ ਤੇ ਫਿਰ ਹਮਲਾ ਕਰਾਂਗੇ ਸਿੱਖਾਂ ਤੇ। ਪੈਂਦੇ ਖਾਨ ਨੂੰ ਹਟਾਉਣਾ ਸੌਖਾ ਨਹੀਂ ਹੈ। ਉਸ ਦੀ ਆਪਣੀ ਬੜੀ ਵੱਡੀ ਫੌਜ ਹੈ। ਪਰ ਇੱਕ ਆਦਮੀ ਹੈ ਜੋ ਇਹ ਕੰਮ ਕਰ ਸਕਦਾ ਹੈ। ਕੌਣ? ਆਸਮਾ ਖਾਨ। ਆਸਮਾ ਖਾਂ? ਪਰ ਉਹ ਤਾਂ ਪੈਂਦੇ ਖਾਂ ਦਾ ਜਵਾਈ ਆ। ਉਹ ਸਾਡੀ ਮਦਦ ਕਿਉਂ ਕਰੇਗਾ? ਲੋਹਾ ਹੀ ਲੋਹੇ ਨੂੰ ਕੱਟਦਾ ਹੈ। ਕਿੱਥੇ ਸੀ ਤੂੰ? ਮੈਂ ਕਦੋਂ ਦਾ ਇੰਤਜ਼ਾਰ ਕਰ ਰਿਹਾ। ਤੂੰ ਨਜ਼ਰ ਹੀ ਨਹੀਂ ਆਇਆ ਕਿਤੇ। ਬਸ ਗੁਰੂ ਘਰ ਦੇ ਕਾਰਜਾਂ 'ਚ ਹੀ ਰੁੱਝਿਆ ਰਿਹਾ। ਤੇਰੇ ਆਉਣ ਦੀ ਖਬਰ ਸੁਣੀ ਤੇ ਮੈਂ ਭੱਜਿਆ ਹੀ ਆਇਆ। ਬਿਧੀ ਚੰਦ ਛੀਨਾ ਗੁਰੂ ਦਾ ਸੀਨਾ। ਭਾਈ, ਬਹੁਤ ਖੁਸ਼ੀ ਹੁੰਦੀ ਆ ਜਦੋਂ ਪਾਰ ਸਰਹੱਦਾਂ ਤੇ ਬੈਠੇ ਲੋਕਾਂ ਤੋਂ ਤੇਰੀਆਂ ਗੱਲਾਂ ਸੁਣਦੇ ਆ। ਤੈਨੂੰ ਬਹੁਤ ਯਾਦ ਕਰਦੇ ਆ। 2 ਜੰਗਾਂ ਤੇਰੇ ਬਿਨਾਂ ਲੜਨੀਆਂ ਪਈਆਂ। ਉਹ ਤੂੰ ਹੁੰਦਾ ਤੇ ਜੰਗਾਂ ਲੜਨ ਦਾ ਅੰਦਾਜ਼ ਕੁਝ ਵੱਖਰਾ ਹੀ ਹੁੰਦਾ। ਤੂੰ ਢਾਲ ਹੈ, ਸਾਡੀ ਢਾਲ। ਖਬਰ ਪਹੁੰਚਾ ਦਿੰਦਾ, ਮੈਂ ਫਟ ਹਾਜ਼ਰ ਹੋ ਜਾਂਦਾ ਢਾਲ ਬਣ ਕੇ। ਜਦੋਂ ਤੱਕ ਤੂੰ ਸਰਹੱਦ ਤੋਂ ਇੱਥੇ ਪਹੁੰਚਣਾ ਸੀ, ਉਦੋਂ ਤੱਕ ਤਾਂ ਜੰਗ ਹੀ ਖਤਮ ਹੋ ਜਾਣੀ ਸੀ। ਚੱਲ ਤੂੰ ਸੁਣਾ ਆਪਣੀ ਸਰਹੱਦ ਦੀ। ਸਰਹੱਦਾਂ ਦੀ ਤਾਂ ਬਿਧੀ ਚੰਦ ਜੀ, ਗੁਰੂ ਜੀ ਨੂੰ ਭੇਟਾਂ ਹੋਈਆਂ ਵਸਤੂਆਂ ਚੋਰੀ ਹੋ ਗਈਆਂ ਨੇ। ਗੁਰੂ ਜੀ ਦੀਆਂ ਚੋਰੀ ਹੋਈਆਂ ਚੀਜ਼ਾਂ ਮੁਗਲਾਂ ਤੋਂ ਵਾਪਸ ਲਿਆਉਣ 'ਚ ਤੇ ਬਿਧੀ ਚੰਦ ਜੀ ਨੂੰ ਖਾਸ ਤਜਰਬਾ ਹੈ। ਨਾ ਹੁਣ ਕੀ ਚੋਰੀ ਹੋ ਗਿਆ? ਸਫੇਦ ਬਾਜ, ਅਰਬੀ ਘੋੜਾ, 2 ਤਾਰੀ ਤਲਵਾਰ ਤੇ ਸਾਰੀਆਂ ਕੀਮਤੀ ਪੋਸ਼ਾਕਾਂ। ਕੋਈ ਖੁਰਾ ਖੋਜ ਹੈ ਕਿ ਇਹ ਮੁਗਲ ਸਮਾਨ ਲੈ ਕੇ ਕਿੱਥੇ ਗਏ ਨੇ? ਨਹੀਂ ਬਿਧੀ ਚੰਦ ਜੀ, ਇਸ ਵਾਰ ਚੋਰ ਮੁਗਲ ਨਹੀਂ, ਕੋਈ ਹੋਰ ਹੈ। ਹੋਰ ਕੌਣ? ਆਸਮਾ ਖਾਨ। ਆਸਮਾ ਖਾਂ? ਤੇਰੀ ਇੰਨੀ ਹਿੰਮਤ? ਤੈਨੂੰ ਪਤਾ ਹੈ ਕਿ ਤੂੰ ਕੀ ਕਹਿ ਰਿਹਾ? ਆਸਮਾ ਖਾਂ ਮੇਰਾ ਦਮਾਦ ਹੈ। ਦਮਾਦ। ਤੁਹਾਨੂੰ ਕਿਵੇਂ ਪਤਾ ਕਿ ਚੋਰੀ ਆਸਮਾ ਖਾਨ ਨੇ ਕੀਤੀ ਹੈ? ਭਾਈ ਪ੍ਰਾਣਾ ਜੀ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਗੱਲ ਫੈਲ ਨਾ ਜਾਏ, ਇਸ ਲਈ ਉਹ ਆਪ ਹੀ ਆਸਮਾ ਖਾਨ ਦੇ ਘਰ ਗਏ ਨੇ। ਜਾਓ ਉਹਨਾਂ ਨੂੰ ਰੋਕੋ ਤੇ ਕਹੋ ਕਿ ਆਸਮਾ ਖਾਨ ਕੋਲ ਮੈਂ ਖੁਦ ਜਾਊਂਗਾ। ਜੀ। ਲਾਹੌਰ ਵਿਲਾਕਵਤ। ਬਿਧੀ ਚੰਦ ਜੀ, ਅੱਜ ਇਹ ਵਕਤ ਆ ਗਿਆ ਕਿ ਮੈਨੂੰ ਆਪਣੇ ਪਰਿਵਾਰ ਬਾਰੇ ਇਹ ਸੁਣਨਾ ਪੈ ਰਿਹਾ। ਗੁਰੂ ਘਰ ਦੀ ਸੇਵਾ ਦਾ ਅੱਜ ਇਹ ਸਿਲਾ ਦੇ ਰਹੇ ਹੋ। ਪੈਂਦੇ ਖਾਨ, ਨਿਰਾਸ਼ ਨਾ ਹੋ। ਮੈਂ ਹਾਂ ਨਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੀ ਹੋਏਗਾ। ਆਸਮਾ ਖਾਂ
आखिर मेरे भी बच्चों वर्गा है। ਇਹ ਇਲਜ਼ਾਮ ਲਾ ਕੇ ਤੁਸੀਂ ਚੰਗਾ ਨਹੀਂ ਕੀਤਾ। ਮੈਂ ਹੁਣੇ ਗੁਰੂ ਜੀ ਨੂੰ ਮਿਲਣ ਜਾ ਰਿਹਾ। ਪੈਂਦੇ ਖਾਂ ਗੁਰੂ ਸਾਹਿਬ ਸਭ ਜਾਣਦੇ ਨੇ, ਤੁਸੀਂ ਥੋੜਾ ਧੀਰਜ ਰੱਖੋ। ਬਿਧੀ ਚੰਦ ਨੂੰ ਵਾਪਸ ਆਉਣ ਦਿਓ, ਉਸ ਤੋਂ ਬਾਅਦ ਹੀ ਗੁਰੂ ਜੀ ਨੂੰ ਮਿਲਣਾ ਸਹੀ ਰਹੇਗਾ। ਗੁਰੂ ਵੀ ਸਭ ਜਾਣਦੇ ਨੇ, ਤੁਸੀਂ ਵੀ ਸਭ ਜਾਣਦੇ ਹੋ, ਬਸ ਮੈਂ ਹੀ ਹਾਂ ਜਿਹਨੂੰ ਕੁਝ ਨਹੀਂ ਪਤਾ। ਸਲਾਮ ਚਾਚਾ ਜਾਨ, ਬੜੇ ਮਹੀਨਿਆਂ ਬਾਅਦ ਦਿਸੇ ਹੋ। अस्सलाम वालेकुम। तू किवें है? ਤੁਸੀਂ ਅੱਜ ਕਿਵੇਂ ਆਏ? ਅੱਬਾ ਜਾਨ ਤੇ ਤੁਹਾਨੂੰ ਹੀ ਮਿਲਣ ਲਈ ਹੁਣੇ ਹੀ ਨਿਕਲੇ ਨੇ। हाँ, ਉਹਨਾਂ ਨਾਲ ਮੁਲਾਕਾਤ ਹੋ ਗਈ। ਆਸਮਾ ਖਾਨ ਨੂੰ ਮਿਲਣਾ ਹੈ। ਕੀ ਵੇਖ ਰਹੇ ਹੋ ਬਿਧੀ ਚੰਦ ਜੀ? ਅਰਬੀ ਘੋੜਾ ਹੈ। ਬਾਕੀ ਤੁਹਾਡੀ ਤਾਂ ਪਾਰਖੀ ਨਜ਼ਰ ਹੈ। ਵੇਖੋ ਕੋਈ ਵਪਾਰੀ ਸਾਨੂੰ ਬੇਵਕੂਫ ਤਾਂ ਨਹੀਂ ਬਣਾ ਗਿਆ? ਕਿਤੇ ਅਰਬੀ ਘੋੜੇ ਦੇ ਨਾਂ ਤੇ ਅਫਗਾਨੀ ਤਾਂ ਨਹੀਂ ਵੇਚ ਗਿਆ? ਕੁਝ ਸਿੱਖਾਂ ਨੇ ਤੈਨੂੰ ਗੁਰੂ ਸਾਹਿਬ ਲਈ ਆਏ ਹੋਏ ਅਰਬੀ ਘੋੜੇ ਤੇ ਸਫੇਦ ਬਾਜ ਚੋਰੀ ਕਰਦਿਆਂ ਆਪਣੇ ਅੱਖੀ ਵੇਖਿਆ। ਆਸਮਾ ਖਾਂ ਕਿੱਥੇ ਆ? ਬਿਧੀ ਚੰਦ ਚਾਚਾ ਜੀ ਆਏ ਸੀ, ਕਹਿ ਰਹੇ ਸੀ ਕਿ ਇਹਨਾਂ ਨੇ ਗੁਰੂ ਦਾ ਬਾਸ ਤੇ ਘੋੜਾ ਚੋਰੀ ਕੀਤਾ ਹੈ। ਇੱਕ ਅਰਬੀ ਘੋੜਾ ਤੇ ਸਫੇਦ ਬਾਸ ਲੈ ਕੇ ਚਲੇ ਗਏ ਨੇ ਤੇ ਇਹਨਾਂ ਨੇ ਚਾਚਾ ਜੀ ਨੂੰ ਬੜਾ ਸਮਝਾਇਆ ਕਿ ਇਹਨਾਂ ਦਾ ਹੀ ਨਵਾਂ ਘੋੜਾ ਤੇ ਬਾਜ਼ ਹੈ, ਪਰ ਉਹਨਾਂ ਨੇ ਇੱਕ ਨਾ ਸੁਣੀ। ਅੱਬਾ ਜਾਨ ਹੁਣ ਕਿੱਧਰ ਗਿਆ ਆਸਮਾ ਖਾਂ? ਉਹ ਚਾਚਾ ਜੀ ਦੇ ਪਿੱਛੇ ਪਿੱਛੇ ਗਏ ਨੇ। ਮੇਰੇ ਪੁੱਤਰ ਵਰਗਾ ਹੈ, ਪਰ ਗੁਰੂ ਘਰ ਚੋਰੀ ਕਰਕੇ ਤੂੰ ਚੰਗਾ ਨਹੀਂ ਕੀਤਾ। ਹੁਣ ਤਾਂ ਪੈਂਦੇ ਖਾਈ ਤੈਨੂੰ ਸਮਝਾ ਸਕਦਾ ਹੈ। ਤੁਹਾਡੇ ਕਹਿਣ ਤੇ ਮੈਂ ਉਹਨਾਂ ਦਾ ਕੀਮਤੀ ਸਮਾਨ ਚੋਰੀ ਕੀਤਾ ਤੇ ਬਿਧੀ ਚੰਦ ਆਇਆ ਤੇ ਕੱਲਾ ਸਾਰਾ ਸਮਾਨ ਵਾਪਸ ਲੈ ਗਿਆ। ਇਹ ਕੀਮਤੀ ਸਮਾਨ ਦਾ ਸਾਨੂੰ ਕੋਈ ਲਾਲਚ ਨਹੀਂ ਹੈ। ਤੇ ਫਿਰ ਮੇਰੇ ਤੋਂ ਚੋਰੀ ਕਿਉਂ ਕਰਵਾਈ? ਤੂੰ ਇਹ ਜਾਣ ਕੇ ਕੀ ਲੈਣਾ ਹੈ? आसमा खां, आसमा खां। मुबारक हो
मुबारक हो आलमपना शाहजहां। काले खां ने पैगाम भिजवाया है कि जल्द ही गुरु ते ओदे सिखां नू नैस तो नाबूद कर दिता जाएगा ते तुहाडे नाम दा परचम फहरा दिता जाएगा। ਕਾਲੇ ਖਾਂ ਨੂੰ ਪੈਗਾਮ ਭਿਜਵਾ ਦਿਓ ਕਿ ਜੇ ਐਵੇਂ ਹੋਇਆ ਤਾਂ ਉਸ ਨੂੰ ਰਿਆਸਤਾਂ ਬਖਸ਼ੀਆਂ ਜਾਣਗੀਆਂ। ਪੈਂਦੇ ਖਾਂ ਕਿੱਥੇ ਹੈ? ਪੈਂਦੇ ਸ਼ਾਇਦ ਹੁਣ ਇੱਥੇ ਕਦੇ ਨਹੀਂ ਆਏਗਾ। ਆਸਮਾ ਖਾਨ ਦੇ ਕਤਲ ਹੋਣ ਤੋਂ ਬਾਅਦ ਉਹ ਗੁੱਸੇ 'ਚ ਪਾਗਲ ਹੋਇਆ ਮੁਗਲਾਂ ਨਾਲ ਜਾ ਰਲਿਆ ਹੈ। ਆਸਮਾ ਖਾਂ ਦਾ ਕਤਲ? ਜੀ, ਤੇ ਉਹ ਸਮਝਦਾ ਹੈ ਕਿ ਆਸਮਾ ਖਾਨ ਦਾ ਕਤਲ ਤੁਸੀਂ ਕੀਤਾ ਹੈ। ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਮੈਂ ਹੁਣੇ ਪੈਂਦੇ ਖਾਂ ਨੂੰ ਮਿਲਦਾ। ਨਹੀਂ ਨਹੀਂ ਬਿੱਦੀ ਜੀ, ਉਹ ਹੁਣ ਪਹਿਲੇ ਵਾਲਾ ਪੈਂਦੇ ਖਾਂ ਨਹੀਂ ਰਿਹਾ। ਕਾਲੇ ਖਾਂ ਨੇ ਉਹਨੂੰ ਤੁਹਾਡੇ ਖਿਲਾਫ ਬੁਰੀ ਤਰ੍ਹਾਂ ਭੜਕਾ ਦਿੱਤਾ ਹੈ ਤੇ ਉਹ ਕਿਸੇ ਵੇਲੇ ਵੀ ਤੁਹਾਡੇ ਤੇ ਹਮਲਾ ਕਰ ਸਕਦਾ ਹੈ। ਬੇਦੀ ਜੀ ਤੁਸੀਂ ਫਿਕਰ ਨਾ ਕਰੋ, ਪੈਂਦੇ ਖਾਨ ਮੇਰੇ ਬਚਪਨ ਦਾ ਯਾਰ ਹੈ। ਮੈਂ ਜਾ ਕੇ ਉਸ ਨਾਲ ਸਾਰੀ ਗੱਲ ਕਰਦਾ ਤੇ ਕਿਸੇ ਵੀ ਤਰੀਕੇ ਉਸ ਨੂੰ ਵਾਪਸ ਲੈ ਕੇ ਆਉਂਦਾ। ਮੁਗਲਾਂ ਦੀ ਤਾਕਤ ਉਹਨਾਂ ਦੀ ਗਿਣਤੀ ਵਿੱਚ ਹੈ। ਸਾਡੀ ਤਾਕਤ ਸਾਡੇ ਜੋਸ਼ ਤੇ ਹਿੰਮਤ ਵਿੱਚ ਹੈ। ਜਿੰਨਾ ਸਾਡੇ 'ਚ ਜੋਸ਼ ਹੋਏਗਾ ਉਨੀ ਜਲਦੀ ਅਸੀਂ ਮੁਗਲਾਂ ਦੀਆਂ ਤੱਜੀਆਂ ਉਡਾਵਾਂਗੇ। ਮਾਫ ਕਰਨਾ ਭਾਈ ਜੀ, ਆ ਮੁਗਲਾਂ ਦਾ ਮੁਖਬਰ ਫੜਿਆ ਟਿੱਲੇ ਤੇ ਖੜਾ ਹੋ ਕੇ ਸਾਡੀਆਂ ਫੌਜਾਂ ਦੀ ਗਿਣਤੀ ਕਰਨ ਡਿਆ ਸੀ। ਹੁਣ ਤੱਕ ਕੀ ਜਾਣ ਗਿਆ ਤੂੰ? ਬਸ ਇਹੋ ਜੀ ਕਿ ਤੁਹਾਡੀ ਫੌਜ ਕਿੰਨੀ ਆ, ਕਿੰਨੇ ਘੋੜੇ ਆ, ਤੁਹਾਡੇ ਕੋਲ ਹਥਿਆਰ ਕਿੰਨੇ ਆ। तेरी ये हालत किने की थी है? ਪੈਂਦੇ ਖਾਨ ਨੇ। ਪੈਂਦੇ, ਤੂੰ ਇਹ ਬਹੁਤ ਗਲਤ ਕੀਤਾ ਹੈ। ਭਾਈ ਬਿੱਦੀ ਜੀ, ਇਹਦਾ ਵੀ ਇਹੀ ਹਾਲ ਕਰਕੇ ਪੈਂਦੇ ਖਾਂ ਨੂੰ ਭੇਜਣਾ ਚਾਹੀਦਾ ਹੈ। ਤਲਵਾਰ ਦੁਸ਼ਮਣਾਂ ਤੇ ਚਲਾਈ ਜਾਂਦੀ ਹੈ, ਨਹੱਥੇ ਮੁਖਬਰਾਂ ਤੇ ਨਹੀਂ। ਨਹੱਥਿਆਂ ਤੇ ਤਲਵਾਰ ਚਲਾਉਣਾ ਕੋਈ ਬਹਾਦਰੀ ਨਹੀਂ। ਪਰ ਇਹ ਤਾਂ ਸਾਡੇ ਬਾਰੇ ਸਭ ਕੁਝ ਜਾਣਦਾ ਹੈ। ਇਸ ਤਰ੍ਹਾਂ ਤਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ। ਗੁਰੂ ਜੀ ਨੇ ਕਿਹਾ ਨਹੀਂ, ਉਸ ਨੂੰ ਜਾਣ ਦਿਓ। ਵਾਹ, ਗੁਰੂ ਜੀ ਬਾਰੇ ਬਹੁਤ ਸੁਣਿਆ ਸੀ ਤੇ ਅੱਜ ਵੇਖ ਵੀ ਲਿਆ। ਸੂਰਜ ਦੀ ਪਹਿਲੀ ਕਿਰਨ ਨਿਕਲਣ ਦੇ ਨਾਲ ਹੀ ਸਾਨੂੰ ਤਿਆਰ ਰਹਿਣਾ ਪਏਗਾ।
जाबाज लड़ाकुओं, आगे बढ़ो। ਗੁਰੂ ਦੇ ਯੋਧਿਓ, ਸਮਾਂ ਆ ਗਿਆ ਏ ਗੁਰੂ ਦੇ ਵਚਨਾਂ ਨੂੰ ਨਿਭਾਉਣ ਦਾ। ਆਓ ਰੱਖਿਆ ਕਰੀਏ ਧਰਮ ਤੇ ਇਨਸਾਨੀਅਤ ਦੀ। ਚਲੋ। ਹੁਣ ਇਕਜੁੱਟ ਹੋ ਕੇ ਪੂਰੇ ਜ਼ੋਰ ਨਾਲ तीरंदाजों, कमान संभालो। तीर छटो।
ਅੰਦਰ ਬਹੁਤ ਨੁਕਸਾਨ ਹੋ ਰਿਹਾ ਹੈ ਤੁਸੀਂ ਉੱਧਰ ਜਾਓ ਪਿਆਦਿਆਂ ਨਾਲ ਲੜਨਾ ਛੱਡ ਅਸਲੀ ਦੁਸ਼ਮਣ ਤਾਂ ਉਹ ਗੁਰੂ ਹੈ ਗੁਰੂ ਉਹਨੂੰ ਖਤਮ ਕਰ ਇਹਨਾਂ ਨਾਲ ਮੈਂ ਨਿਬੜ ਲੈਣਾ ਜਿਸ ਤਰ੍ਹਾਂ ਆਸਮਾ ਖਾਂ ਮਰਿਆ ਸੀ ਮੇਰੇ ਹੱਥੋਂ ਉਸੇ ਤਰ੍ਹਾਂ ਹੁਣ ਤੁਹਾਡਾ ਗੁਰੂ ਮਰਨ ਜਾ ਰਿਹਾ ਹੈ ਬੰਦੇ ਖਾਂ ਦੇ ਹੱਥੋਂ मेरा वार चलने ਲਈ ਤਿਆਰ ਹੋ ਜਾ गुरु जी ने कहा पैंदे तू ललकारिया है इस ਲਈ पहला वार भी तू ही कर ਦਲ ਪੰਜਨ ਗੁਰ ਸੂਰਮਾ ਹੰਕਾਰਿਆ ਸੋ ਮਾਰਿਆ ਅੰਤ ਬੁਰੇ ਦਾ ਬੁਰਾ ਕੁਰਾਹੇ ਪੈ ਗਿਆ ਸਾਂ
ਜ਼ਾਬਰ ਤੇ ਜ਼ੁਲਮੀ ਹੋ ਗਿਆ ਸਾਂ। ਚੰਗਾ ਹੋਇਆ ਤੁਹਾਡੇ ਹੱਥੋਂ ਮੇਰਾ ਖਾਤਮਾ ਹੋਇਆ। ਹੁਣ ਸਕੂਨ ਨਾਲ ਮਰ ਸਕਾਂਗਾ। लड़ाई खत्म हुई पर सिखा ने युद्ध होर भी लड़ने ने फतेह होर भी पाउनी है। बादशाह दी बरबत अते अन्याय दे खिलाफ मीरी पीरी दी तलवार चमकदी रहेगी ते धर्म दी रखिया करदी रहेगी। ए युद्ध किसे धर्म मजहब या किसे इंसानियत दे खिलाफ नहीं बल्कि अत्याचार दे खिलाफ है। जदों जदों सच ते इंसानियत ते काला साया मंडराएगा उदों उदों सिखा दी कौम बुराई नू मिटाउण लई तैयार रहेगी। पंजबीर छट्टम पीर बैठा गुरबारी हर चंकाया पलट गए मूरत हर गोविंद सवारी। एह दासता मीरी दी पीरी दी मीरी पीरी दी। एह दासता शक्ति दी भक्ति दी राज फकीरी दी। ना धर्म कुराहे पैण दवे ना जबर जुलम नू फैन दवे मासूम दी रत न वैन दवे ऐ गाथा दा मंगीरी दी। एह दासता मीरी दी पीरी दी मीरी पीरी दी। एह दासता शक्ति दी भक्ति दी राज फकीरी दी। राज फकीरी जो तपती लोहते बह गए पाने नू मिठा कह गए। बने संत सिपाही सबरां चों कड्डण लई आलम जबरां चों। जद तख्त सजाया दाते ने मजलूमां दे इतकार लई। जद मीरी पहनी तख्त लई ते पीरी परवतगार लई। एह दासता मीरी दी पीरी दी मीरी पीरी दी। एह दासता शक्ति दी भक्ति दी राज फकीरी दी। राज फकीरी पंच प्यारे पंजबीर छट्टम पीर बैठा गुरबारी हर चंकाया पलट गए मूरत हर गोविंद सवारी। पंच प्यारे पंजबीर छट्टम पीर बैठा गुरबारी हर चंकाया पलट गए मूरत हर गोविंद सवारी। रहमत दियां तेगां छावें जद फुल्लां महक खिलारी। जुल्मां दियां कालियां रातां मेहरां दी बली चिंगारी। जद माला फड़ने हत्थां ने फड़ खंडे कौतक कीता सी। फट मानवता दा सीता सी जद दीवियां चानन कीता सी। एह दासता मीरी दी